ਮਮਤਾ ਬੈਨਰਜੀ ਆਪਦੇ ਟਵਿੱਟਰ ਦੇ ਉੱਤੇ ਕੀ ਕਹਿੰਦੀ ਹੈ? ਉਹ ਆਪਦੇ ਟਵਿੱਟਰ ਤੋਂ ਇਹ ਗੱਲ ਕਹਿੰਦੀ ਹੈ ਕਿ ਇਹ ਜਿਹੜੀ ਜਿੱਤ ਮੇਰੀ ਜਿਹੜੀ ਜਿੱਤ ਹੋਈ ਹੈ ਇੱਥੇ, ਇਹ ਦਿੱਲੀ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਜਿੱਤ। ਜੋ ਉੱਥੇ ਬੀਜੇਪੀ ਹਾਰੀ ਹੈ ਉਹ ਕਿਸਾਨ ਅੰਦੋਲਨ ਦਾ ਸਿੱਟਾ ਹੈ। ਅਗਵੇਂ ਅੰਦੋਲਨ ਦੇ ਨਾਲ ਆਹਿਸਤਾ ਆਹਿਸਤਾ ਪੂਰਾ ਦੇਸ਼ ਖੜਦਾ ਜਾਂਦਾ ਹੈ, ਪੂਰਾ ਦੇਸ਼ ਖੜਦਾ ਨਜ਼ਰ ਆ ਰਿਹਾ ਹੈ। ਆਕਸੀਜਨ ਨਹੀਂ ਮਿਲ ਰਹੀ, ਪਰ ਸਾਡੀ ਸਰਕਾਰ ਨੇ ਪ੍ਰਬੰਧ ਕੀਤੇ। ਕਿੰਨੇ ਨਵੇਂ ਹਸਪੀਟਲ ਬਣਾਏ, ਕਿੰਨੇ ਆਕਸੀਜਨ ਪਲਾਂਟ ਬਣਾਏ, ਕਿੰਨੇ ਪ੍ਰਬੰਧ ਕੀਤੇ, ਕੀ ਤਿਆਰੀ ਕੀਤੀ? ਕੋਈ ਤਿਆਰੀ ਨਹੀਂ, ਕੁਛ ਨਹੀਂ, ਕਿਉਂਕਿ ਉਹ ਚਾਹੁੰਦੇ ਹੀ ਸੀ ਇਹ ਕਿ ਕੋਵਿਡ ਇੰਜੈਕਸ਼ਨ ਦੇ ਜ਼ਰੀਏ ਜਿਹੜੀ ਲੋਕਾਂ ਨੂੰ ਟੀਕੇ ਲਾਏ ਜਾ ਰਹੇ ਨੇ, ਟੀਕਾਕਰਨ ਕੀਤਾ ਜਾ ਰਿਹਾ ਹੈ, ਉਹਦੇ ਜ਼ਰੀਏ ਕੋਵਿਡ ਫੈਲਾਇਆ ਜਾਵੇ। ਔਰ ਜਿਹੜੀ ਮੈਂ ਕਹਿ ਰਿਹਾ ਗੱਲ ਇਹ ਮੈਂ ਨਹੀਂ ਕਹਿ ਰਿਹਾ ਇਕੱਲਾ, ਉਹ ਫਰਾਂਸ ਦੇ ਇੱਕ ਡਾਕਟਰ ਨੇ ਜਿਹੜਾ ਨੋਬਲ ਪ੍ਰਾਈਜ਼ ਵਿਜੇਤਾ ਹੈ, ਉਸ ਬੰਦੇ ਨੇ ਆਪਣੀ ਕਲੀਅਰ ਕਰ ਦਿੱਤਾ ਪ੍ਰੈਸ ਦੇ ਸਾਹਮਣੇ, ਉਹ ਕੇ ਕਹਿੰਦਾ ਕਿ ਕੋਵਿਡ ਜੋ ਫੈਲ ਰਿਹਾ ਹੈ, ਜੋ ਅਨਕੰਟਰੋਲ ਹੋ ਰਿਹਾ ਹੈ, ਉਹਦੀ ਮੇਨ ਵਜ੍ਹਾ ਜਿਹੜੀ ਵੈਕਸੀਨ ਹੈ। ਜਿਹੜਾ ਬੰਦਾ ਬਿਮਾਰ ਹੋਇਆ ਹੈ ਉਹਨੂੰ ਦਵਾਈ ਦਿਓ, ਉਹਦਾ ਇਲਾਜ ਕਰੋ। ਇੱਕ ਤਾਂ ਕੰਮ ਸ਼ੁਰੂ ਕਰਦਾ ਵੀ ਸਾਰੇ ਲੋਕ ਵੈਕਸੀਨ ਲਓ। ਇਹ ਉਹ ਇੱਕ ਕੰਪਨੀ ਨੂੰ, ਵਪਾਰੀ ਨੂੰ ਲਾਹਾ ਦੇਣ ਵਾਸਤੇ, ਉਹਦੇ ਨਾਲ ਪਤਾ ਨਹੀਂ ਕੀ ਇਹਨਾਂ ਦੀਆਂ ਸਾਜ਼ਿਸ਼ਾਂ ਹੋਣਗੀਆਂ, ਉਹਨਾਂ ਲੋਕਾਂ ਨੂੰ ਲਾਹਾ ਦੇਣ ਵਾਸਤੇ ਜ਼ਬਰਦਸਤੀ ਲੋਕਾਂ ਨੂੰ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਇਹਨੂੰ ਸਰਕਾਰੀ ਦਰਬਾਰੇ ਕੋਈ ਕੰਮ ਕਰਵਾਉਣਾ ਹੈ ਤਾਂ ਪਹਿਲਾਂ ਤੁਸੀਂ ਆਪਦਾ ਸਰਟੀਫਿਕੇਟ ਲੈ ਕੇ ਆਓ ਕਿ ਤੁਹਾਨੂੰ ਵੈਕਸੀਨ ਲੱਗੀ ਹੈ। ਇਟ ਮੀਨਸ ਕਿ ਦਬਾਅ ਨਾਲ, ਅੰਡਰ ਪ੍ਰੈਸ਼ਰ ਲੋਕਾਂ ਦੇ ਵੈਕਸੀਨ ਲਈ ਜਾ ਰਹੀ ਹੈ। R90 ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਮਨਪ੍ਰੀਤ ਸਿੰਘ। ਕਿਸਾਨੀ ਸੰਘਰਸ਼ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਲਗਭਗ ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨਾਂ ਨੂੰ ਬੈਠਿਆਂ 6 ਮਹੀਨਿਆਂ ਦਾ ਵਕਤ ਹੈ ਜਿਹੜਾ ਪੂਰਾ ਹੋ ਚੁੱਕਿਆ ਹੈ। ਇਸ ਦੌਰਾਨ ਬਹੁਤ ਉਤਰਾਅ ਚੜ੍ਹਾਅ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਆਏ ਤੇ ਬਹੁਤ ਸਾਰੀਆਂ ਬੈਠਕਾਂ ਦਾ ਦੌਰ ਵੀ ਰਿਹਾ, ਪਰ ਉਸ ਤੋਂ 22 ਜਨਵਰੀ ਤੋਂ ਬਾਅਦ ਜਿਹੜੀ ਬੈਠਕ ਸੀ, ਉਸ ਤੋਂ ਬਾਅਦ ਇੱਕ ਲੰਬਾ ਡੈਡਲੌਕ ਬਣਿਆ ਸਰਕਾਰ ਤੇ ਕਿਸਾਨਾਂ ਦੇ ਵਿੱਚ। तमाम मुद्दों के ऊपर ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਬਹੁਤ ਧੰਨਵਾਦ ਕਰਦਾ ਤੁਸੀਂ ਇੱਥੇ ਆਪਣੇ ਸਰੋਤਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਮਿਹਰਬਾਨੀ ਜੀ। ਡੱਲੇਵਾਲ ਸਾਹਿਬ, ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਕਿਸਾਨੀ ਸੰਘਰਸ਼ ਨੂੰ 6 ਮਹੀਨਿਆਂ ਦਾ ਵਕਤ ਲਗਭਗ ਪੂਰਾ ਹੋ ਚੁੱਕਿਆ ਹੈ, ਤਾਂ ਇਸ ਵਕਤ ਜਿਹੜੀ ਕਿਸਾਨ ਲੀਡਰਸ਼ਿਪ ਆ ਉਹ ਕੀ ਸੋਚ ਰਹੀ ਆ ਤੇ ਕਿਸ ਤਰ੍ਹਾਂ ਦੇ ਵਿਸ਼ਵਾਸ ਦੇ ਵਿੱਚ ਇਸ ਵਕਤ? देखो, सब तो वड्डी तो गल ये है कि अंदोलन नूं समझण दी लोड़ है कि अंदोलन जिवें तुसीं गल कीती है कि किस पड़ाव दे विच है ते की प्रोग्रेस आ रही है। सब तो वड्डी गल ये है कि लोकां नूं लगदा सीगा कि अंदोलन खड़ गया, अंदोलन रुकिया होया है, कोई नवां हो नहीं रहा कुछ। पर पिछले समय दे दौर दे विच तुसीं देखिआ है कि पूरे देश दे विच पंचायतां आपां हालांकि नॉन पोलिटिकल सारे दा सारा संगठन रखिया होया सी, लेकिन फिर भी जो सरकार ने सानू पीसफुल वर्गे मंत्रियों ने मीडिया ने सानू प्रेशराइज किया, एक तरह नाल सानू ताना मारिया कि भाई जेकर किसान अंदोलन का पूरे देश के प्रभाव होवे तो असीं बिहार की इलैक्शन क्यों जितदे। तो साडे उस दिन ही मतलब मन दे विच इह गल आई सी कि इहदा मतलब ये निकलदा है कि सरकार या बीजेपी ये भाषा पोलिटिकल भाषा समझदी है, ये अंदोलन की भाषा नूं नहीं समझदी। तो सानू पोलिटिकली तौर के उत्ते इन्हां नूं मगरों जवाब देना देना चाहिए। वो सारी गल नूं ध्यान दे विच रख के पंचायतां होईयां और उन्हां पंचायतां दा प्रभाव तुसीं देख रहे हो कि 5 स्टेटां दे विच बुरी तरह बीजेपी की बर्बादी हो गई, खत्म हो गई। जिवें जिहड़ी स्टेट दे विच जिते भी है उस स्टेट का जेकर देखिए एक नवीं रिपोर्ट आई है सरकार के टेबल पे, उस रिपोर्ट के विच लिखिया गया कि जिहड़े लोकां ने तुहानूं वोटां पाईआं, तुहाडे वोटर ने जिहड़े असम दे इलाके दे, असम स्टेट दे, उन्हां वोटरां दा भी व्यू ये है कि वो किसान दिल्ली दे विच चल रहे किसान अंदोलन दे नाल खड़े है। वोट भावें तुहानूं पा गए लेकिन वो हमायती किसान अंदोलन ये एक बहुत बड़ा मतलब प्राप्ति वाली मुसीबत है। खास तौर पे बीजेपी की बड़ी कोशिश सी ਕਿਸੇ ਨਾ ਕਿਸੇ ਤਰੀਕੇ ਜਿਹੜਾ ਬਗਾਲ ਆ ਉਹ ਹੱਥ ਦੇ ਵਿੱਚ ਕੀਤਾ ਜਾਵੇ। ਪ੍ਰਧਾਨ ਮੰਤਰੀ ਸਾਹਿਬ ਭਾਸ਼ਾ ਦੀ ਮਰਿਆਦਾ ਵੀ ਜਿਹੜੀ ਉਹਦੇ ਤੋਂ ਵੀ ਲੰਘੇ ਬਗਾਲ ਦੇ ਵਿੱਚ ਦੇਖਿਆ, ਤਾਂ ਪਰ ਫਿਰ ਵੀ ਜਿਹੜੀ ਵੱਡੀ ਜਿੱਤ ਉੱਥੇ ਹੋਈ ਹੈ। ਤੇ ਮੰਨਦੇ ਹੋ ਕਿਸਾਨ ਅੰਦੋਲਨ ਦਾ ਇਫੈਕਟ ਸੀਗਾ, ਕਿਉਂਕਿ ਕਿਸਾਨ ਲੀਡਰ ਵੀ ਉੱਥੇ ਪ੍ਰਚਾਰ ਕਰਕੇ ਆਏ, ਉਹਦਾ ਜਿਹੜਾ ਰਿਸਪੌਂਸ ਵੀ ਦਿੱਤਾ ਲੋਕਾਂ ਨੇ ਠੀਕ ਠਾਕ ਉੱਥੇ? ਇਹ ਤਾਂ ਮੰਨਣ ਵਾਲੀ ਗੱਲ ਹੈ ਜਾਂ ਮੰਨਣ ਅਸੀਂ ਇਹਦੇ ਕੋਲ ਕਿਸਾਨ ਲੀਡਰ ਅਸੀਂ ਤਾਂ ਕਹਾਂਗੇ ਵੀ ਸਾਡਾ ਅਸਰ ਹੈ, लेकिन ये समझने की लोड़ है, बड़ा स्पष्ट क्लियर है कि उत्थे प्रधान अपना मुख्यमंत्री बनी ममता बैनर्जी आपके ट्विटर के उत्ते की कहती है
ਉਹ ਆਪਦੇ ਟਵਿੱਟਰ ਤੋਂ ਇਹ ਗੱਲ ਕਹਿੰਦੀ ਹੈ ਕਿ ਇਹ ਜਿਹੜੀ ਜਿੱਤ, ਮੇਰੀ ਜਿਹੜੀ ਜਿੱਤ ਹੋਈ ਹੈ ਇੱਥੇ, ਇਹ ਦਿੱਲੀ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਜਿੱਤ ਹੈ। ਉਹ ਮੰਨੀ ਹੈ ਇਸ ਗੱਲ ਨੂੰ। ਔਰ ਕੱਲਾ ਇਹਨੂੰ ਇਹ ਨਹੀਂ ਹੈ ਕਿ ਇੰਨੀ ਵਾਰ ਜਿਹੜਾ ਐਂਟੀ ਕਮਰਸ਼ੀ ਮਤਲਬ ਪਹਿਲਾਂ ਇਹ ਹਰ ਵਾਰੀ ਹੁੰਦੀਆਂ ਹੀ ਹੈ, ਲੇਕਿਨ ਉੱਥੇ ਨਹੀਂ ਵਾਪਰ ਸਕੀ ਇਹ ਘਟਨਾ ਜਿੱਥੇ ਸਾਰੀ ਦੀ ਸਾਰੀ ਬੀਜੇਪੀ ਦਾ ਜ਼ੋਰ ਲੱਗਿਆ ਸੀ। ਤਾਂ ਇਹ ਬੜਾ ਕਲੀਅਰ ਹੈ ਕਿ ਜੋ ਉੱਥੇ ਬੀਜੇਪੀ ਹਾਰੀ ਹੈ ਉਹ ਕਿਸਾਨ ਅੰਦੋਲਨ ਦਾ ਸਿੱਟਾ ਹੈ। ਇਹ ਤੋਂ ਵੀ ਕਹਾ ਤੁਸੀਂ ਦੇਖ ਰਹੇ ਹੋ ਹੁਣ ਯੂਪੀ ਦੇ ਵਿੱਚ ਕੀ ਹਾਲ ਹੈ। ਕਦੇ ਵੀ ਸੱਤਾਧਾਰੀ ਪਾਰਟੀ ਬਾਈ ਇਲੈਕਸ਼ਨ ਨੂੰ ਨਹੀਂ ਹਾਰਦੀ, ਬਾਈ ਇਲੈਕਸ਼ਨ ਜਿੱਤਦੀ ਹੁੰਦੀ ਹੈ। ਕਦੇ ਵੀ ਸੱਤਾਧਾਰੀ ਪਾਰਟੀ ਪੰਚਾਇਤੀ ਇਲੈਕਸ਼ਨਾਂ ਨਹੀਂ ਹਾਰਦੀ। ਇੱਥੇ ਕੀ ਹੋਇਆ, ਹਰਿਆਣੇ ਦੇ ਵਿੱਚ ਜਿਹੜੀਆਂ ਬਾਈ ਇਲੈਕਸ਼ਨਾਂ ਹੋਈਆਂ ਸਾਰਿਆਂ ਦੇ ਵਿੱਚ ਮਤਲਬ ਬੀਜੇਪੀ ਹਾਰੀ। ਯੂਪੀ ਦੇ ਵਿੱਚ ਪੰਚਾਇਤੀ ਇਲੈਕਸ਼ਨਾਂ ਹੋਈਆਂ, ਲਗਭਗ 3000 ਤੋਂ ਉੱਪਰ ਸੀਟਾਂ ਦੇ ਉੱਤੇ ਚੋਣ ਹੋਈ, ਜਿਹਦੇ ਵਿੱਚੋਂ 600 ਦੇ ਲਗਭਗ ਇਹ ਬੀਜੇਪੀ ਨੂੰ ਸੀਟਾਂ ਮਿਲੀਆਂ, ਬਾਕੀ ਸਾਰੀਆਂ ਦੀਆਂ ਸਾਰੀਆਂ ਵਿਰੋਧੀ ਲੈ ਗਏ। ਇਹ ਕਲੀਅਰ ਹੁੰਦਾ ਇਸ ਗੱਲ ਤੋਂ ਕਿ ਲੋਕ ਬੀਜੇਪੀ ਦੇ ਨਾਲੋਂ ਟੁੱਟ ਚੁੱਕੇ ਨੇ। ਔਰ ਉਹ ਤਾਂ ਹੀ ਟੁੱਟੇ ਆ ਜੇ ਲੋਕਾਂ ਦੇ ਵਿੱਚ ਅਸੀਂ ਆਪਦਾ ਮੈਸੇਜ ਲਿਜਾਣ ਸਫਲ ਹੋਏ। ਸਟਾਰਟਿੰਗ ਦੇ ਵਿੱਚ ਬੀਜੇਪੀ ਸਰਕਾਰ ਜਿਹੜੀ ਚੱਲਦੀ ਸੀ ਯੂਪੀ 'ਚ, ਉਹਨੇ ਲੋਕਾਂ ਨੂੰ ਇੰਨਾ ਪ੍ਰੈਸ਼ਰਾਈਜ਼ ਕੀਤਾ ਕਿ ਕਿਸਾਨਾਂ ਨੂੰ ਕਿਹਾ ਕਿ 50-50 ਲੱਖ ਦੇ ਬੌਂਡ ਭਰੋ ਜੇ ਕੋਈ ਆਦਮੀ ਦਿੱਲੀ ਮੋਰਚੇ 'ਚ ਜਾਏਗਾ, ਲਿਖ ਕੇ ਦਿਓ ਕਿ ਅਸੀਂ ਜਾਵਾਂਗੇ। ਜਿਹੜਾ ਗਿਆ ਨੂੰ 50 ਲੱਖ ਦਾ ਮਤਲਬ ਬੌਂਡ ਭਰਨਾ ਪਏਗਾ। ਹੁਣ ਉਹਨਾਂ ਬੰਦਿਆਂ ਨੇ ਜਿਹੜੇ ਲੋਕਾਂ ਨੂੰ ਇੰਨਾ ਦਬਾ ਕੇ ਰੱਖਿਆ ਕਿ 50 ਲੱਖ ਦਾ ਬੌਂਡ ਭਰੋ, ਉਹਨਾਂ ਲੋਕਾਂ ਨੇ ਪ੍ਰੈਸ਼ਰ ਚੱਕਿਆ, ਉਹ ਇਸ ਅੰਦੋਲਨ ਕਰਕੇ ਚੱਕਿਆ। ਔਰ ਇਹ ਸ਼ਾਂਤਮਈ ਅੰਦੋਲਨ ਦੇ ਨਾਲ ਆਹਿਸਤਾ ਆਹਿਸਤਾ ਪੂਰਾ ਦੇਸ਼ ਖੜਦਾ ਜਾਂਦਾ ਹੈ, ਪੂਰਾ ਦੇਸ਼ ਖੜਦਾ ਨਜ਼ਰ ਆ ਰਿਹਾ ਹੈ। ਦੱਖਣ ਦੇ ਵਿੱਚ ਵੀ ਇਹਦੇ ਵਿੱਚ ਮਤਲਬ ਜਿਹੜੇ ਜਿਵੇਂ ਜਾ ਕੇ ਕੇਰਲਾ ਦੇ ਵਿੱਚ ਇਹਨਾਂ ਨੂੰ ਮਤਲਬ ਬਿਲਕੁਲ ਜ਼ੀਰੋ ਕਰਤਾ ਲੋਕਾਂ ਨੇ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਬੂਤ ਹੈ ਕਿ ਇਹ ਅੰਦੋਲਨ ਦੀ ਗੂੰਜ ਹੈ ਜਿਹੜੀ ਉਹ ਪੂਰੇ ਦੇਸ਼ ਦੇ ਵਿੱਚ ਪੈ ਰਹੀ ਹੈ। ਔਰ ਜਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਮਤਲਬ ਫਾਈਟ ਕਰ ਰਹੇ ਹਾਂ, ਇਹਨਾਂ ਦਾ ਗ੍ਰਾਫ ਡਾਊਨ ਹੋ ਰਿਹਾ ਹੈ ਇਸ ਅੰਦੋਲਨ ਕਰਕੇ, ਸਾਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਤਾਂ ਸੋਚਦੀ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਖੰਭੇ ਖਿਲਰ ਖੁੱਲਰ ਜਾਣਗੇ। ਪਰ ਬੀਜੇਪੀ ਨੂੰ ਇਹ ਨਹੀਂ ਪਤਾਗਾ ਕਿ ਅਗਰ ਸਾਨੂੰ ਖਿਲਾੜਨ ਦੀ ਉਮੀਦ ਦੇ ਵਿੱਚ ਅੰਦੋਲਨ ਨੂੰ ਲੰਬਾ ਕਰੋਗੇ ਨਾ, ਤਾਂ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਬਿਲਕੁਲ ਜ਼ੀਰੋ ਹੋ ਜਾਓ ਦੇਸ਼ ਦੇ ਅੰਦਰ, ਕਿਉਂਕਿ ਅੱਜ 6 ਸਟੇਟਾਂ ਦੇ ਵਿੱਚ ਤੁਸੀਂ ਖਤਮ ਹੋ ਗਏ। ਤੁਹਾਡੀਆਂ ਪਾਈਆਂ ਹੋਈਆਂ ਵੋਟਾਂ ਜਿਨ੍ਹਾਂ ਨੇ ਤੁਹਾਨੂੰ ਪਾਈਆਂ, ਤੁਹਾਡੇ ਵੋਟਰ ਨੇ ਜਿਹੜੇ ਉਹ ਕਿਸਾਨ ਅੰਦੋਲਨ ਦੇ ਨਾਲ 26% ਕਿਸਾਨ ਅੰਦੋਲਨ ਨਾਲ ਖੜੇ ਆ ਇੱਕ ਰਿਪੋਰਟ ਦੇ ਮੁਤਾਬਕ। ਤਾਂ ਇਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਜਿੱਥੇ ਵੀ ਬਾਕੀ ਹੋਰ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਣਗੀਆਂ ਉਹ ਤੁਹਾਡੇ ਸਾਹਮਣੇ ਰਿਜ਼ਲਟ ਆਉਣਗੇ। ਔਰ ਉੱਥੇ ਵੀ ਕਿਸਾਨ ਜਗਤ ਜਿਹੜੀਆਂ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਹੈ ਉਹ ਜਾ ਕੇ ਇਹਨਾਂ ਨੂੰ ਮਤਲਬ ਨੂੰ ਜਵਾਬ ਦੇਣਗੇ ਔਰ ਇਹਨਾਂ ਨੂੰ ਸਬਕ ਸਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਔਰ ਅੰਦੋਲਨ ਨੂੰ ਦਿਨੋਂ ਦਿਨ ਜਿਹੜੀ ਤੁਸੀਂ ਤੁਹਾਡਾ ਸਵਾਲ ਸੀਗਾ ਕਿ ਅੰਦੋਲਨ ਕਿੱਥੇ ਕਿ ਖੜਾ ਹੈ, ਅੰਦੋਲਨ ਜਿੱਤ ਵੱਲ ਵਧ ਰਿਹਾ ਹੈ। ਜਿਵੇਂ ਜਿਵੇਂ ਅਸੀਂ ਬੀਜੇਪੀ ਦਾ ਗ੍ਰਾਫ ਡਾਊਨ ਕਰ ਰਹੇ ਹਾਂ, ਬੀਜੇਪੀ ਦੇ ਅੰਦਰ ਇੱਕ ਤਰ੍ਹਾਂ ਦੀ ਖਲਬਲੀ ਮਚ ਰਹੀ ਹੈ, ਅੰਦਰ ਉਹਨਾਂ ਦੇ ਖਾਨਾ ਜੰਗੀ ਸ਼ੁਰੂ ਹੋ ਰਹੀ ਹੈ। ਔਰ ਉਹ ਖਾਨਾ ਜੰਗੀ ਇਸ ਅੰਦੋਲਨ ਦੇ ਨਾਲ ਬੀਜੇਪੀ ਦਾ ਗ੍ਰਾਫ ਡਾਊਨ ਹੋਣ ਕਰਕੇ ਹੈ। ਔਰ ਉਹ ਜੇ ਗ੍ਰਾਫ ਹੋਰ ਡਾਊਨ ਹੋਏਗਾ ਤਾਂ ਅਸੀਂ ਮਤਲਬ ਕੋਈ ਉਹ ਦਿਨ ਦੂਰ ਨਹੀਂ ਜਦੋਂ ਬੀਜੇਪੀ ਦੀ ਲੀਡਰਸ਼ਿਪ ਹੀ ਸਾਡੇ ਲੋਕਾਂ ਦੇ ਹੱਕ ਵਿੱਚ ਖੜ ਕੇ ਉਹਨਾਂ ਤੋਂ ਬਾਗੀ ਹੋ ਕੇ ਕਹੂਗੀ ਕਿ ਕਿਸਾਨਾਂ ਦਾ ਮਸਲੇ ਹੱਲ ਕਰੋ। ਇਹ ਬਹੁਤ ਲੰਮਾ ਸਮਾਂ ਨਹੀਂ ਲੱਗੂਗਾ, ਤੁਸੀਂ ਦੇਖੋਗੇ ਹੋਊਗਾ। ਪਰ ਡੱਲੇਵਾਲ ਸਾਹਿਬ, ਤੁਸੀਂ ਵਿਸ਼ਵਾਸ ਦੇ ਵਿੱਚੋਂ ਖਾਸ ਤੌਰ ਤੇ ਜੇ ਗੱਲ ਕਰੀਏ ਪੰਜਾਬ ਦੀ ਜਿਹੜੀ ਬੀਜੇਪੀ ਦੇ 2-3 ਨਾਮ ਨੇ ਜੋ ਜਿਹੜੇ ਜ਼ਿਆਦਾ ਹਾਈਲਾਈਟ ਰਹੇ ਇਸ ਸੰਯੁਕਤ ਮੋਰਚੇ ਦਾ ਜਦੋਂ ਦਾ ਇਹ ਪ੍ਰੋਟੈਸਟ ਜਾਰੀ ਹੈ ਦਿੱਲੀ ਦੇ ਬਾਰਡਰਾਂ ਦੇ ਉੱਪਰ, ਉਹਨਾਂ ਦਾ ਇਹ ਕਹਿਣਾ ਹੈ ਕਿ ਕਿਸਾਨ ਰੱਦ ਕਰਾਉਣ ਦੀਆਂ ਮੰਗਾਂ ਜਿਹੜੀਆਂ ਕਾਨੂੰਨ ਆ ਉਹ ਛੱਡ ਕੇ ਸਾਡੇ ਕੋਲੇ ਆਉਣ। ਉਸ ਦੇ ਨਾਲ ਹੀ ਬਹੁਤ ਸਾਰੇ ਬੀਜੇਪੀ ਲੀਡਰਾਂ ਨੇ ਇਹ ਵੀ ਨਿਸ਼ਾਨਾ ਬਣਾਇਆ ਕਿ ਕੋਵਿਡ ਜਿਹੜਾ ਕਿਸਾਨਾਂ ਦੇ ਰਾਹੀਂ ਫੈਲ ਰਿਹਾ ਜਾਂ ਹਰਿਆਣੇ ਦੀ ਸਰਕਾਰ ਦੇ ਵੱਲੋਂ ਇਹ ਆਫੀਸ਼ੀਅਲੀ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਬਿਆਨ ਦਿੰਦੇ ਨੇ ਕਿ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਇਨਫੈਕਸ਼ਨ ਇਸ ਕਰਕੇ ਆਈ ਆ ਕਿਸਾਨਾਂ ਦੇ ਧਰਨੇ ਤੋਂ ਆਉਣ ਵਾਲੇ ਲੋਕਾਂ ਦੇ ਕਰਕੇ ਜਿਹੜੀ ਜ਼ਿਆਦੇ ਆ ਉਹ ਇਨਫੈਕਸ਼ਨ ਵਧੀ ਆ। ਦੋਨੇ ਸਵਾਲਾਂ ਦਾ ਜਵਾਬ ਦਿਓ। ਪੰਜਾਬ ਦੀ ਲੀਡਰਸ਼ਿਪ ਜਿਹੜੇ ਕੁਝ ਲੀਡਰ ਨੇ ਜਾਂ ਫਿਰ ਕੇਂਦਰੀ ਲੀਡਰ ਨੇ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀ ਇਹ ਕਹਿ ਦਿੱਤਾ ਕਿ ਕਿਸਾਨ ਰੱਦ ਕਰਨ ਦੀ ਮੰਗ ਛੱਡ ਕੇ ਆਉਣ, ਤੇ ਦੂਸਰਾ ਜਿਹੜਾ ਕੋਵਿਡ ਦਾ ਬਹਾਨਾ ਲਾਇਆ ਜਾ ਰਿਹਾ ਸੀ ਉਹਦੇ ਬਾਰੇ। ਦੇਖੋ, ਇੱਕ ਤਾਂ ਗੱਲ ਇਹ ਹੈ ਕਿ ਸਰਕਾਰ ਕਦੇ ਕਦਾਈ ਨਾ ਸੋਚੇ ਕਿ ਰੱਦ ਦੀ ਮੰਗ ਨੂੰ ਛੱਡ ਕੇ ਕਿਸਾਨਾਂ ਨਾਲ ਗੱਲ ਕਰਨੀ। ਕਿਉਂ? ਕਿਉਂਕਿ ਇਹਨਾਂ ਕਾਨੂੰਨਾਂ ਦੇ ਜ਼ਰੀਏ ਕਿਸਾਨਾਂ ਦੀ ਜ਼ਮੀਨ ਖੋਈ ਜਾਣੀ, ਆਮ ਲੋਕਾਂ ਦੀ ਰੋਟੀ, ਉਹਨਾਂ ਦਾ ਮੂੰਹ ਦਾ ਨਿਵਾਲਾ ਖੋਇਆ ਜਾਣਾ, ਉਹਨਾਂ ਦੇ ਪੇਟ ਦੀ ਭੁੱਖ ਹੈ ਜਿਹੜੀ ਉਹਨੂੰ ਮਾਰਨ ਦਾ ਜਿਹੜਾ ਸਾਧਨ ਉਹ ਖੋਇਆ ਜਾਣਾ। ਇਸ ਕਰਕੇ ਇਹ ਤੇ ਸੋਚਿਆ ਹੀ ਨਹੀਂ ਜਾ ਸਕਦਾ। ਇਹ ਤਾਂ ਲੋਕਾਂ ਦਾ ਅਧਿਕਾਰ ਹੈ, ਰਾਈਟ ਹੈ।
ਅਸੀਂ ਜਿਹੜੀ ਲੜਾਈ ਲੜ ਰਹੇ ਹਾਂ, ਅਸੀਂ ਸਰਕਾਰ ਤੋਂ ਨਵਾਂ ਤਾਂ ਮੰਗਦੇ ਹੀ ਕੁਛ ਨਹੀਂ। ਸਰਜੀਤ ਕੁਮਾਰ ਜੈਨੀ ਹਰਾਂ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਕਿਹਾ ਕਿ ਅਬਾਨੀ ਅਡਾਨੀ ਇਹ ਉਹ ਡਰਾ ਕੇ ਜਿਹੜੇ ਕਿਸਾਨ ਲੀਡਰ ਨੇ ਉਹ ਲੋਕਾਂ ਨੂੰ ਲੈ ਗਏ, ਤੁਹਾਡੀਆਂ ਰੋਟੀਆਂ ਚਲੀਆਂ ਜਾਣੀਆਂ, ਤੁਹਾਡੀਆਂ ਜ਼ਮੀਨਾਂ ਚਲੀਆਂ ਜਾਣੀਆਂ। ਇੱਕ ਕਹਿੰਦੇ ਵਹਿਮ ਪਾਤਾ ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜੀ ਕਿਸਾਨ ਲੀਡਰਸ਼ਿਪ ਸੀ। ਕਹਿੰਦੇ ਅਬਾਨੀ ਅਡਾਨੀ ਤਾਂ ਪਹਿਲਾਂ ਦੇ ਆ, ਟਾਟਾ ਬਿਰਲਾ ਤਾਂ ਕਹਿੰਦੇ ਪਹਿਲਾਂ ਦੇ ਆ, 47 ਤੋਂ ਪਹਿਲਾਂ ਵੀ ਅਡਾਨੀਆ ਗਰੁੱਪ ਚੱਲਦਾ ਸੀ, ਤਾਂ ਹੁਣ ਕੀ ਉਹ ਕਿਸਾਨਾਂ ਨੂੰ ਲੁੱਟ ਲੇਗਾ? ਤਾਂ ਇਸ ਤਰ੍ਹਾਂ ਦੇ ਵਹਿਮ ਕਹਿੰਦੇ ਪੈਦਾ ਕੀਤੇ ਨੇ ਲੀਡਰਸ਼ਿਪ ਨੇ। ਮੈਂ ਜੈਨੀ ਸਾਹਿਬ ਨੂੰ ਦੋ ਗੱਲਾਂ ਪੁੱਛਣੀਆਂ ਚਾਹੁੰਦਾ। ਇੱਕ ਤਾਂ ਇਹਨਾਂ ਕਾਨੂੰਨਾਂ ਦੇ ਵਿੱਚ ਇਹ ਗੱਲ ਲੈ ਕੇ ਆਉਣੀ ਕਿ ਕਿਸਾਨ ਜੇਕਰ ਫਸਲ ਖਰੀਦਣ ਵਾਲੇ ਕਿਸੇ ਖਰੀਦਦਾਰ ਦੇ ਨਾਲ ਕਿਸਾਨ ਦਾ ਡਿਸਪਿਊਟ ਬਣ ਗਿਆ ਜਾਂ ਜ਼ਮੀਨ ਠੇਕੇ ਤੇ ਲੈਣ ਵਾਲੇ ਵਿਅਕਤੀ ਦੇ ਨਾਲ ਉਹਦਾ ਕੋਈ ਡਿਸਪਿਊਟ ਬਣ ਗਿਆ ਤਾਂ ਕਿਸਾਨ ਕੋਰਟ ਨਹੀਂ ਜਾ ਸਕੂਗਾ। ਕਿਸਾਨ ਦਾ ਕੋਰਟ ਜਾਣ ਦਾ ਰਸਤਾ ਬੰਦ ਕਰਨਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਚਿੰਨ੍ਹ ਖੜਾ ਕਰਦਾ ਇਹਨਾਂ ਕਾਨੂੰਨਾਂ ਦੇ ਉੱਤੇ। ਦੂਸਰੀ ਗੱਲ, ਇਹਨਾਂ ਨੇ ਬੜੇ ਲੁਕਵੇਂ ਢੰਗ ਨਾਲ ਜਿਹੜੀ ਇੱਥੇ ਪੈਰਲਲ ਸਰਕਾਰੀ ਮੰਡੀ ਦੇ ਪੈਰਲਲ ਜਿਹੜੀ ਪ੍ਰਾਈਵੇਟ ਮੰਡੀ ਬਣਾਉਣ ਦੀ ਗੱਲ ਕੀਤੀ ਹੈ ਨਾ ਜੀ, ਇਹ ਬੜੇ ਲੁਕਵੇਂ ਢੰਗ ਨਾਲ ਕੀਤੀ ਹੈ। ਕਿਤੇ ਨਹੀਂ ਲਿਖਿਆਗਾ ਵੀ ਪ੍ਰਾਈਵੇਟ ਮੰਡੀ ਬਣੇਗੀ। ਲਿਖਿਆ ਕੀ ਹੈ? ਇਹ ਲਿਖਿਆ ਕਿ ਕੋਈ ਵੀ ਆਦਮੀ ਮੰਡੀ ਤੋਂ ਬਾਹਰ ਉਹ ਆਪਦੇ ਸਟੋਰ ਤੇ, ਉਹ ਕਿਸਾਨ ਦੇ ਖੇਤ ਚੋਂ ਜਾਂ ਕਿਸੇ ਰੋਡ ਤੇ ਜਾਂ ਜਿੱਥੇ ਵੀ ਖਰੀਦੋ ਫਰੋਖਤ ਦਾ ਕੰਮ ਕੀਤਾ ਜਾ ਸਕਦਾ ਹੈ, ਉੱਥੇ ਖੜ ਕੇ ਕਿਸਾਨ ਦੀ ਫਸਲ ਖਰੀਦ ਸਕਦਾ ਹੈ। ਯਾਨੀ ਇਹਨੂੰ ਇਸ ਢੰਗ ਦੇ ਨਾਲ ਮੰਡੀ ਨਾ ਕਹਿ ਕੇ ਇਹਨੂੰ ਇਸ ਢੰਗ ਦੇ ਨਾਲ ਸਾਹਮਣੇ ਲੈ ਕੇ ਨਾ ਜਿਹੜਾ ਕਿ ਕਿਸਾਨ ਵਿਚਾਰਾ ਮੰਡੀ ਸ਼ਬਦ ਭਾਲਦਾ ਥੱਕ ਜੇ, ਉਹਨੂੰ ਪਤਾ ਨਾ ਲੱਗੇ। ਹਾਲਾਂਕਿ ਜੇ ਤੁਸੀਂ ਅੰਦਾਜ਼ਾ ਲਾਓ ਕਿ ਲਗਾਤਾਰ ਜਿੱਥੇ ਅਗਲੀ ਗੱਲ ਇਹਨਾਂ ਨੂੰ ਇੱਕ ਰਾਇਤ ਦਿੱਤੀ ਕਿ ਤੁਹਾਨੂੰ ਜਿਹੜਾ ਮੰਡੀ ਫੀਸ ਪੈਣੀ ਹੈ ਉਹ ਰਾਇਤ ਤੁਹਾਨੂੰ ਨਹੀਂ ਪਏਗੀ। ਉਹ ਕਿੰਨੀ ਹੈ ਜੀ? 164 ਰੁਪਏ ਪਰ ਕੁਇੰਟਲ ਇਹਨਾਂ ਨੂੰ ਮੰਡੀ ਫੀਸ ਦੀ ਰਾਇਤ ਕੀਤੀ ਹੈ। ਹੁਣ ਜਿੱਥੋਂ ਜਿਹਨੂੰ 164 ਰੁਪਏ ਸਰਕਾਰ ਨੇ 6% ਜਿਹੜਾ ਸਰਕਾਰ ਨੇ ਛੱਡਤਾ, ਉਹ ਇੱਕ ਕੁਇੰਟਲ ਮਗਰ 164 ਛੱਡਤਾ, ਕਿਸਾਨ ਨੂੰ ਕੇਵਲ 64 ਰੁਪਏ ਵੱਧ ਦੇ ਦੇਣ, 100 ਰੁਪਏ ਆਪਦੀ ਜੇਬ ਚ ਪਾ ਲੈਂਦੇ। ਤਾਂ ਮੇਰੇ ਖਿਆਲ 64 ਰੁਪਏ ਦੇ ਲਾਲਚ ਨੂੰ ਕਿਸਾਨ ਵਿਚਾਰਾ ਉੱਥੇ ਫਸਲ ਵੇਚਣ ਨੂੰ ਮਜਬੂਰ ਹੋਏਗਾ, ਕਿਉਂਕਿ ਕਿਸਾਨ ਪਹਿਲਾਂ ਹੀ ਕਰਜ਼ਾਈ ਹੈ। ਉਹ 2 ਪੈਸੇ ਵੀ ਵੱਧ ਫਸਲ ਦਾ ਰੇਟ ਮਿਲੇ ਉੱਥੇ ਜਾਏਗਾ। ਹੁਣ ਉਹਦੇ ਨਾਲੋਂ ਬੰਦਾ ਉੱਥੇ ਸੜਕ ਤੇ ਖੜ ਕੇ ਫਸਲ ਖਰੀਦੂਗਾ ਕਿਸਾਨ। ਉੱਥੇ ਇੱਕ ਟਰਾਲੀ ਵਿਕੀ, 2 ਵਿਕੀਆਂ, 4 ਵਿਕੀਆਂ, ਦੂਜੇ ਤੀਜੇ ਦਿਨ ਲੋਕ ਉੱਥੇ ਖੜਨ ਲੱਗ ਪੈਣਗੇ ਕਿ ਭਾਈ ਆਹ ਜਿਹੜਾ ਬੰਦੇ ਆ ਨਾ ਇਹ ਆਊਗਾ ਇੱਥੇ ਮੰਡੀ 'ਚ, ਇੱਥੇ ਸੜਕ ਤੇ ਖੜੂਗਾ, ਇਹ ਬੰਦੇ ਨੇ ਇੱਥੋਂ ਖੜੇ ਨਹੀਂ। ਹੋ ਸਕਦਾ ਜਿਸ ਤਰ੍ਹਾਂ ਹੁਣ ਸੈਲੋ ਨੇ ਜਾਏ ਅਬਾਨੀ ਅਡਾਨੀ ਦੇ ਜਿਹੜਾ ਪੰਜਾਬ ਦੇ ਵਿੱਚ ਉੱਥੇ ਵੀ ਖਰੀਦ ਹੁੰਦੀ ਰਹੀ ਹੈ ਪ੍ਰਾਈਵੇਟ ਤੌਰ ਤੇ, ਇਸ ਤਰ੍ਹਾਂ ਦੇ ਉਹ ਆਪਣਾ ਵੀ ਕੋਈ ਸਿਸਟਮ ਲੈ ਕੇ ਆ ਸਕਦਾ। ਮੈਂ ਉਹੀ ਗੱਲ ਕਰਾਂਗਾ ਜੀ, ਕਿਉਂਕਿ ਇਨਵੈਸਟਮੈਂਟ ਤਾਂ ਕੋਈ ਗਰੀਬ ਤਾਂ ਕਰੂਗਾ ਨਹੀਂ ਜੀ, ਇਨਵੈਸਟਮੈਂਟ ਤਾਂ ਕਾਰਪੋਰੇਟ ਨੇ ਕਰਨੀ ਆ। ਤਾਂ ਵੱਡਾ ਡਰ ਇਹ ਹੈ ਕਿ ਕਾਰਪੋਰੇਟ ਇਨਵੈਸਟਮੈਂਟ ਕਰਕੇ ਜਿਹੜਾ ਕਾਰਪੋਰੇਟ ਦੇ ਹੱਥਾਂ 'ਚ ਇਸ ਤਰੀਕੇ ਨਾਲ ਜਾਵੇ। ਦੇਖੋ ਗੱਲ ਕੀ ਹੈ ਕਿ ਉਹ ਆਪਦੇ ਪੈਸੇ ਕਾਰਪੋਰੇਟ ਲੋਕ ਨੇ ਜੀ, ਬਹੁਤ ਸਾਰੇ ਸਾਡੇ ਕੋਲ ਉਦਾਹਰਨਾਂ ਨੇ। ਜਿਵੇਂ ਪਿੱਛੇ ਕੀ ਹੁੰਦਾ ਰਿਹਾ ਹੈ, ਜੀਓ ਨੇ ਲੋਕਾਂ ਨੂੰ ਸਿਮ ਵੀ ਫ੍ਰੀ ਦਿੱਤੇ, ਜੀਓ ਨੇ ਡਾਟਾ ਵੀ ਫ੍ਰੀ ਦਿੱਤਾ। ਔਰ ਉਸ ਤੋਂ ਥੋੜਾ ਜਿਹਾ ਹੋਰ ਪਿੱਛੇ ਚੱਲੋ, ਇੱਕ ਵਾਰੀ ਆਪਣੇ ਥੰਬਸ ਅਪ ਨਾਂ ਦਾ ਇੱਕ ਸੋਡਾ ਹੁੰਦਾ ਸੀ, ਥੰਬਸ ਅਪ ਦੇ ਪੈਰਲ ਕੋਕਾ ਕੋਲਾ ਆਇਆ। ਜਦੋਂ ਕੋਕਾ ਕੋਲਾ ਆਉਂਦਾ ਹੈ, ਕੋਕਾ ਕੋਲਾ ਨੇ ਥੰਬਸ ਅਪ ਨੂੰ ਫੇਲ ਕਰਨ ਦੀ ਖਾਤਰ ਥੰਬਸ ਅਪ ਦੇ ਵਿੱਚ ਪਾਣੀ ਦੀ ਮਾਤਰਾ ਹੁੰਦੀ ਸੀ 250 ml, ਕੋਕਾ ਕੋਲਾ ਨੇ ਪਾਣੀ ਦੀ ਮਾਤਰਾ ਵਿੱਚ 300 ml ਕਰਤੀ, 50 ਗ੍ਰਾਮ ਪਾਣੀ ਵਧਾਤਾ ਵਿੱਚ, ਇਹਦਾ ਪਾਣੀ ਵਧਾਇਆ ਉਹ ਤਾਂ ਕੁਛ ਨਹੀਂ। ਔਰ ਜਿਹੜਾ ਰੇਟ ਜਿਹੜਾ ਥੰਬਸ ਅਪ ਸੀਗਾ ਉਹਦਾ 8 ਰੁਪਏ ਸੀ, ਕੋਕਾ ਕੋਲਾ ਨੇ 6 ਰੁਪਏ ਰੇਟ ਕਰਤਾ, 2 ਰੁਪਏ ਰੇਟ ਘਟ ਗਿਆ। ਉਹ 2 ਰੁਪਏ ਰੇਟ ਘਟਣ ਦੇ ਨਾਲ ਲੋਕਾਂ ਨੇ ਮਤਲਬ ਥੰਬਸ ਅਪ ਬਿਲਕੁਲ ਖਰੀਦਣਾ ਬੰਦ ਕਰ ਦਿੱਤਾ ਤੇ ਕੋਕਾ ਕੋਲਾ ਬੰਦ ਹੋ ਗਿਆ। ਅਗਲੇ ਸਾਲ ਥੰਬਸ ਅਪ ਨੂੰ ਕੋਕਾ ਕੋਲਾ ਨੇ ਖਰੀਦ ਲਿਆ। ਜਦੋਂ ਉਹਨਾਂ ਦੇ ਕੋਲੇ ਚਲਿਆ ਗਿਆ ਤੇ ਉਸੇ ਥੰਬਸ ਅਪ ਤੇ ਕੋਕਾ ਕੋਲਾ ਦੋਵਾਂ ਦਾ ਰੇਟ 11 ਰੁਪਏ ਹੋ ਗਿਆ। ਤਾਂ ਸਵਾਲ ਇਸ ਗੱਲ ਦਾ ਹੈ ਕਿ ਇਹਨਾਂ ਦਾ ਇੱਕ ਰਾਖਵਾਂ ਫੰਡ ਰੱਖਿਆ ਜਾਂਦਾ ਇਹਨਾਂ ਕਾਰਪੋਰੇਟ ਲੋਕਾਂ ਵੱਲੋਂ, ਕੰਪਨੀ ਵੱਲੋਂ, ਕਿ ਇੰਨੇ ਪੈਸੇ ਅਸੀਂ ਘਾਟਾ ਪਾ ਕੇ ਆਪਣੇ ਆਪ ਨੂੰ ਆਪਦੇ ਨਾਲ ਮੁਕਾਬਲਾ ਕਰਨ ਵਾਲਾ ਜਿਹੜਾ ਮੁਕਾਬਲੇਬਾਜ਼ ਹੈ ਉਹਨੂੰ ਅਸੀਂ ਕਿਵੇਂ ਮਾਰਨਾ। ਆਪਣੇ ਕੰਪੀਟੀਟਰ ਨੂੰ ਮਾਰਨ ਵਾਸਤੇ ਇਹਨਾਂ ਦੇ ਫੰਡ ਮੁਹੱਈਆ ਕੀਤੇ ਹੁੰਦੇ, ਫੰਡ 'ਚ ਪੈਸੇ ਰੱਖੇ ਹੁੰਦੇ। ਉਹ ਤਾਂ ਰਹਿ ਗਏ ਜੀ ਉਹਨਾਂ ਦੇ ਫੰਡ। ਮੈਂ ਕਹਿੰਦਾ ਇੱਥੇ ਤਾਂ ਸਾਡੀ ਸਰਕਾਰ ਨੇ ਉਹਨਾਂ ਨੂੰ 164 ਰੁਪਏ ਦਿੱਤੇ ਕਿ ਤੁਸੀਂ ਕੰਪੀਟੀਟਰ ਨੂੰ ਮਾਰੋ, ਤੁਸੀਂ ਮੰਡੀ ਨੂੰ ਮਾਰੋ। ਹੁਣ ਜਦੋਂ ਕਿਸਾਨ ਨੂੰ 64 ਰੁਪਏ ਵੱਧ ਮਿਲੂਗਾ ਔਰ ਉੱਥੇ ਖੜਾ ਜਿਹੜਾ ਬੰਦਾ ਖਰੀਦਦਾ, ਰੋਜ਼ ਖਰੀਦਦਾ ਹੈ, ਤਾਂ ਕਿਸਾਨ ਉੱਥੇ ਖੜਨਾ ਸ਼ੁਰੂ ਹੋ ਜਾਊਗਾ। ਜਦੋਂ ਉੱਥੇ ਖੜਨਾ ਸ਼ੁਰੂ ਹੋ ਗਿਆ, ਮੰਡੀ 'ਚ ਕਿਸਾਨ ਗਿਆ ਹੀ ਨਾ, ਤੇ ਮੰਡੀ ਜਾਂਦੀ ਹੈ ਕਿਉਂ ਬੈਠੀ, ਉੱਥੇ ਵਪਾਰੀ ਕਿਉਂ ਆਊਗਾ, ਰਸੋਈ ਜਾਂ ਉੱਥੇ ਮਜ਼ਦੂਰ ਕਿਉਂ ਖੜਨਗੇ, ਉੱਥੇ ਕੋਈ ਸਿਸਟਮ ਨਹੀਂ ਰਹੂਗਾ। ਫਸਲ ਸਾਰੀ ਬਾਹਰ ਵਿਕੂਗੀ। ਇਟ ਮੀਨਸ ਕਿ ਜਿਹੜੀ ਫਸਲ ਜਿੱਥੇ ਬਾਹਰ ਵਿਕ ਰਹੀ ਹੈ, ਜਿੱਥੇ 100 ਟਰੈਕਟਰ ਖੜਾ ਉਹਦੀ ਉਡੀਕ ਕਰ ਰਿਹਾ ਵਪਾਰੀ ਦੀ, ਮੰਡੀ ਹੋਵੇਗੀ ਜਿਹੜੀ ਜਿੱਥੇ ਕਿਸਾਨ ਜਾ ਹੀ ਨਹੀਂ ਰਿਹਾ। ਯਾਨੀ ਇਹਨੂੰ ਇੱਕ ਲੁਕਵੇਂ ਢੰਗ ਦੇ ਨਾਲ
ਮੰਡੀ ਨੂੰ ਉਹਨਾਂ ਨੇ ਲੁਕੋ ਕੇ ਰੱਖਿਆ ਸ਼ਬਦਾਂ 'ਚ, ਲੇਕਿਨ ਆਪਣੀ ਨੀਅਤ ਦੇ ਵਿੱਚ ਮੰਡੀ ਇਸ ਤਰ੍ਹਾਂ ਦੀ ਬਣਾ ਕੇ ਔਰ ਉਸ ਮੰਡੀ ਨੂੰ ਖਤਮ ਕਰਕੇ ਉਤੋਂ FCI ਨੂੰ ਖਰੀਦਣ ਦਾ ਅਧਿਕਾਰ ਮੰਡੀ ਤੋਂ ਹੈ, ਉਹ ਬਾਹਰ ਨਹੀਂ ਖਰੀਦ ਸਕਦੀ, ਉਹਨਾਂ ਨੂੰ ਉੱਥੇ ਉਹ ਬਾਹਰ ਆ ਨਹੀਂ ਸਕਦੇ, ਉਹਨਾਂ ਨੇ ਉੱਥੇ ਹੀ ਖਰੀਦਣਾ ਹੈ। ਇਹਨਾਂ ਨੇ ਵੱਧ ਰੇਟ ਦੇ ਲਾਲਚ ਦੇ ਕੇ ਕਿਸਾਨ ਦੀ ਫਸਲ ਅੰਦਰ ਜਾਣ ਨਹੀਂ ਦੇਣੀ, ਤਾਂ ਹੌਲੀ ਹੌਲੀ FCI ਆਪਣੇ ਆਪ ਨੂੰ ਹੱਥ ਵਿੱਚ ਖਿੱਚੇਗੀ। ਇਹ ਇੱਕ ਬਹੁਤ ਸਾਜ਼ਿਸ਼ਾਨਾ ਢੰਗ ਦੇ ਨਾਲ ਕਿਸਾਨ ਨੂੰ ਜਦੋਂ FCI ਨੇ ਨਾ ਖਰੀਦਿਆ ਫਸਲ ਤਾਂ ਕੰਪੀਟੀਟਰ ਕੋਈ ਨਾ ਰਿਹਾ। ਹੁਣ ਇਹ ਕੰਪੀਟੀਟਰ ਪਹਿਲਾਂ ਮੈਂ ਗੱਲ ਕਰਕੇ ਹਟਿਆ, ਕੰਪੀਟੀਟਰ ਨੂੰ ਮਾਰਨਾ ਹੈ ਨਾ, ਹੁਣ FCI ਇਹਨਾਂ ਦੀ ਕੰਪੀਟੀਟਰ ਹੈ, FCI ਨੂੰ ਮਾਰਨ ਵਾਸਤੇ ਇਹ ਚਾਲ ਚੱਲੀ ਗਈ। ਔਰ ਜਦੋਂ FCI ਖਤਮ ਹੋ ਗਈ ਉਦੋਂ ਤੁਸੀਂ ਅੰਦਾਜ਼ਾ ਲਓ, ਮੈਂ ਪੁੱਛਿਆ ਤਾਂ ਜੈਨੀ ਨੂੰ, ਬਿਹਾਰ ਵਾਲੇ ਲੋਕਾਂ ਨੂੰ ਕਿਉਂ ਨਹੀਂ MSP ਦਾ ਝੋਨਾ ਖਰੀਦਦੇ ਤੁਸੀਂ ਬਿਹਾਰ ਵਾਲੇ ਦਾ, ਉਹ ਕਿਉਂ 900 ਨੂੰ ਵੇਚਣ ਨੂੰ ਮਜਬੂਰ ਹੈ? ਮੈਨੂੰ ਜਵਾਬ ਦੇਵੇ ਜੈਨੀ ਦਾ ਜਿਹੜਾ ਵੀ ਇਹਨਾਂ ਦਾ ਲੀਡਰਸ਼ਿਪ ਹੈ, ਉਹ ਇਹ ਤਰਕ ਕਰਦੇ ਨੇ। ਉੱਥੋਂ ਦਾ ਕਿਸਾਨ ਅੱਜ 800-900 ਨੂੰ ਝੋਨਾ ਵੇਚਣ ਨੂੰ ਮਜਬੂਰ ਹੈ, ਇਸੇ ਕਰਕੇ ਮਜਬੂਰ ਹੈ ਕਿ ਉੱਥੇ FCI ਇਹਨਾਂ ਨੇ ਖਤਮ ਕਰਤੀ, ਉੱਥੇ ਮੰਡੀ ਢਾਂਚਾ ਖਤਮ ਕਰਤਾ। ਪੰਜਾਬ ਹਰਿਆਣੇ ਦੇ ਵਿੱਚੋਂ ਉਹ FCI ਉਹ ਮੰਡੀ ਢਾਂਚਾ ਇਹ ਖਤਮ ਕਰਨ ਵਾਸਤੇ ਤੁਲੇ ਹੋਏ ਨੇ। ਔਰ ਇਹੀ ਇੱਕ ਜਰੀਆ ਹੈ ਕਿ ਜਿਹੜੇ ਅਸੀਂ ਕਹਿੰਦੇ ਜ਼ਮੀਨਾਂ ਜਾਣਗੀਆਂ, ਜਦੋਂ ਕਿਸਾਨ ਦੀ ਫਸਲ 800-900 ਨੂੰ ਵਿਕੂਗੀ, ਅੱਜ 1900 ਨੂੰ ਵਿਕਦੀ 800-900 ਨੂੰ ਵਿਕਣ ਤੇ ਅੱਜ 1000 ਨੂੰ ਵਿਕਣ ਤੇ ਆ ਜਾਏ, ਤਾਂ ਕੀ ਫਿਰ ਕਿਸਾਨ ਦੇ ਸਿਰ ਕਰਜ਼ਾ ਨਹੀਂ ਵਿਚਰੇਗਾ? ਉਹ ਕਰਜ਼ਾ ਹੀ ਕਿਸਾਨ ਦੀ ਜ਼ਮੀਨ ਲਿਜਾਣ ਦਾ ਸਾਧਨ ਨਹੀਂ ਬਣੇਗਾ, ਸੁਭਾਵਿਕ ਗੱਲ ਹੈ। ਖਾਸ ਤੌਰ ਤੇ ਖੇਤੀ ਨਿਰਭਰ ਸੂਬਾ ਪੰਜਾਬ ਹੈ, ਜੇ ਗੱਲ ਕਰੀਏ ਤਾਂ ਵੱਡੀ ਇੰਡਸਟਰੀ ਵੀ ਹੈਗੀ। ਹਾਂਜੀ, ਐਗਰੀਕਲਚਰ ਦੇਖੋ ਗੱਲ ਹੋ ਗਈ, ਇਹਦੇ ਨਾਲ ਗੱਲ ਹੋ ਗਈ ਨਹੀਂ ਹੈ। ਉਹ ਲੋਕ ਇਹਦੇ ਤੇ ਕਿਉਂ ਨਿਗਾਹ ਰੱਖੀ ਬੈਠੇ ਆ? ਪੂਰੇ ਭਾਰਤ ਦਾ ਇਹ ਖਿੱਤਾ ਜਿਹੜਾ ਐਗਰੀਕਲਚਰ ਦੇ ਪੱਖ ਤੋਂ ਸਭ ਤੋਂ ਮਤਲਬ ਟੌਪ ਮੋਸਟ ਹੈ। ਇਸ ਖਿੱਤੇ ਨੂੰ ਆਪਦੇ ਕਬਜ਼ੇ 'ਚ ਕਰਕੇ ਕੀ ਕਰਨਾ ਚਾਹੁੰਦੇ ਨੇ? ਇੱਕ ਤਾਂ ਜਿਹੜੇ ਖਾद्य ਪਦਾਰਥ ਹੈ, ਜਿਹਨੇ ਅਨਾਜ ਦੇ ਉੱਤੇ ਅੰਨ ਦੇ ਉੱਤੇ ਕੰਟਰੋਲ ਕਰ ਲਿਆ, ਅੰਨ 2 ਟਾਈਮ 3 ਟਾਈਮ ਹਰ ਵਿਅਕਤੀ ਨੇ ਖਾਣਾ ਹੈ, ਉਹਨੂੰ ਲੋੜ ਪੈਣੀ ਹੈ ਜੀ। ਜਿਹੜਾ ਇਹਦੇ ਕਬਜ਼ਾ ਕਰਕੇ ਬਹਿ ਗਿਆ ਉਹ ਮੂੰਹ ਮੰਗਿਆ ਮਤਲਬ ਦਾਮ ਮੰਗੂਗਾ, ਮੂੰਹ ਮੰਗੀ ਕੀਮਤ। ਇਸ ਦਾ ਮਤਲਬ ਹਰ ਰਸੋਈ ਦੀ ਲੜਾਈ ਬਣ ਰਹੀ ਹੈ, ਹਰ ਰਸੋਈ ਦੀ ਲੜਾਈ ਹੈ ਇਹ, ਲੜਾਈ ਹਰ ਰਸੋਈ ਦੀ ਹੈ। ਇਹਨੂੰ ਠੀਕ ਆ ਕਰਕੇ ਵਿਅਕਤੀ ਸਮਝਿਆ ਨਹੀਂ, ਸਮੁੱਚੀ ਕਿਸਾਨੀ ਲੜ ਰਹੀ ਲੱਗ ਰਹੀ ਹੈ, ਲੇਕਿਨ ਬਾਕੀ ਤਬਕੇ ਜਿਹੜੇ ਸਾਡੇ ਮਜ਼ਦੂਰ ਭਾਈਚਾਰਾ ਹੁਣ ਉੱਠੇ ਨੇ, ਥੋੜੇ ਸਾਥ ਦੇਣ ਲੱਗੇ ਹੈ, ਸਮਝ ਆਉਣ ਲੱਗੀ ਹੈ, ਲੇਕਿਨ ਉਹਨਾਂ ਦੀ ਵੱਡੀ ਲੜਾਈ ਹੈ। ਇਹ ਹਰ ਚੁੱਲ੍ਹੇ ਦੀ ਲੜਾਈ ਹੈ, ਹਰ ਰਸੋਈ ਦੀ ਲੜਾਈ ਹੈ, ਹਰ ਵਿਅਕਤੀ ਨੂੰ ਇਸ ਲੜਾਈ ਦੇ ਵਿੱਚ ਤੁਰਨਾ ਪੈਣਾ, ਕਿਉਂਕਿ ਉਹਨਾਂ ਨੇ ਅਨਾਜ ਉਹਨਾਂ ਦੇ ਕਬਜ਼ੇ 'ਚ ਜਦੋਂ ਚਲਿਆ ਗਿਆ, ਉਹਨਾਂ ਨੇ ਤਾਂ ਫਿਰ ਮੂੰਹ ਮੰਗੇ ਦਾਮ ਮੰਗਣੇ ਆ, ਉਹਨਾਂ ਨੇ ਸਾਡੀ ਮਤਲਬ ਸਰਕਾਰ ਵਾਲੀਆਂ ਪਾਲਿਸੀਆਂ ਨੀਤੀਆਂ ਤੇ ਖਤਮ ਹੋ ਜਾਣਗੀਆਂ। ਸੋ ਇਸ ਕਰਕੇ ਇਹਦੇ ਵਿੱਚ ਇਹ ਜਿਹੜੇ ਲੈ ਕੇ ਆਏ ਨੇ ਇਹ ਕਾਨੂੰਨ ਅਸੀਂ ਤਾਂ ਕਹਿ ਰਹੇ ਹਾਂ ਕਿ ਹਰ ਵਿਅਕਤੀ ਲਈ ਮਾੜੇ ਹੈ ਔਰ ਕਿਸਾਨ ਦੀ ਜ਼ਮੀਨ ਲੈਣ ਲਈ ਜਾਂਦੇ ਗਏ ਨੇ। ਜਿਹੜੇ ਜੈਨੀ ਅੱਗੇ ਕਹਿੰਦੇ ਵੀ ਜ਼ਮੀਨ ਨਹੀਂ ਜਾਏਗੀ, ਸਾਡਾ ਟੇਬਲ ਤੇ ਬਹਿ ਕੇ ਮੇਰੇ ਨਾਲ 10 ਮਿੰਟ ਗੱਲ ਕਰੇ ਨਾ, ਇਹਨਾਂ ਦੇ ਇੱਕ ਦਿਨ ਵਕੀਲ ਆਇਆ ਸੀ ਕੋਈ ਮਿੱਤਲ, ਉਹਨੇ ਸਾਡੇ ਨਾਲ ਬਹਿਸ ਹੋਈ PTC ਨਿਊਜ਼ ਚੈਨਲ ਤੇ, ਔਰ ਉਸ ਬੰਦੇ ਨੂੰ ਅਸੀਂ ਜੋ ਕਹਿੰਦਾ ਜੀ ਦੱਸੋ ਕਿੱਥੇ ਹੈ ਮੰਡੀ, ਜਦੋਂ ਅਸੀਂ ਉਹਨੂੰ ਸਿੱਧ ਕਰਕੇ ਦੱਸਿਆ ਕਿ ਇਹਨੂੰ ਕੀ ਸ਼ਬਦ ਦਿਓਗੇ, ਕੀ ਪਰਿਭਾਸ਼ਾ ਇਹਨਾਂ ਇਸ ਚੀਜ਼ ਦੀ, ਤੁਸੀਂ ਕੀ ਕਹਿੰਦੇ ਹੋ? ਖਾਸ ਤੌਰ ਤੇ ਜਿਹੜਾ APMC ਐਕਟ ਆ, ਤੁਸੀਂ ਉਸ ਦੀ ਗੱਲ ਕਰ ਰਹੇ ਹੋ? ਹਾਂ, APMC ਮੰਡੀ ਹੈ ਜਿਹੜੀ, ਇਹ ਉਸ ਵਕੀਲ ਨੂੰ ਜਿਹੜਾ ਸਾਡੇ ਨਾਲ ਬਹਿਸ ਦੇ ਵਿੱਚ ਬੈਠਾ, ਉਹਨੂੰ ਵਿਚਾਰੇ ਨੂੰ ਇਹ ਨਹੀਂ ਪਤਾ ਸੀ ਵੀ ਇਹ ਐਕਟ 3 ਬਣੇ ਹੈ ਕਿ ਐਕਟ ਇੱਕੋ ਹੀ ਹੈ। ਉਹ ਗੱਲ ਸਾਡੇ ਨਾਲ APMC ਦੀ ਕਰਦਾ ਸੀ ਤੇ ਚਲੇ ਜਾਂਦਾ ਸੀਗਾ ਕੰਟਰੈਕਟ ਫਾਰਮਿੰਗ ਦੇ, ਗੱਲ ਉਹਦੀ ਕਰਨੀ ਸ਼ੁਰੂ ਕਰ ਦਿੰਦਾ ਸੀ। ਸੋ ਮੇਰਾ ਗੱਲ ਕਰਨ ਦਾ ਮਤਲਬ ਬੜੀ ਗੁੰਝਲਦਾਰ ਕਹਾਣੀ ਹੈ, ਬੜੇ ਗੁੰਝਲਦਾਰ ਤਰੀਕੇ ਦੇ ਨਾਲ ਇੱਕ ਸ਼ਾਤਰਾਨਾ ਦਿਮਾਗ ਦੇ ਨਾਲ ਇਹ ਕਾਨੂੰਨ ਲੈ ਕੇ ਆਉਂਦੇ ਆ। ਇਹਨਾਂ ਕਾਨੂੰਨਾਂ ਦਾ ਇੱਕੋ ਹੀ ਮਨਸ਼ਾ ਹੈ ਕਿ ਅਨਾਜ ਤੇ ਕੰਟਰੋਲ ਕਰ ਲਿਆ ਜਾਵੇ, ਢਿੱਡ ਭਰਨਾ ਜਿਹਦੇ ਨਾਲ ਲੋਕਾਂ ਦੀ ਲੋੜ ਹੈ ਉਹਨੂੰ ਕਾਬੂ ਕਰਨਾ, ਇੱਕ ਤਾਂ ਇਹ ਸੀ ਇਹਨਾਂ ਦਾ ਮਨਸ਼ਾ, ਔਰ ਤਾਂ ਹੀ ਇਹਦੇ ਤੇ ਮਤਲਬ ਜ਼ੋਰ ਲੱਗ ਰਿਹਾ ਹੈ ਸਰਕਾਰ ਦਾ। ਇੱਕ ਅਗਲੀ ਗੱਲ ਹੈ ਜਿਹੜਾ ਹੁਣ ਕੋਵਿਡ ਦੀ ਰੌਲਾ ਪੈ ਰਿਹਾ, ਇਹ ਵੀ ਇੱਕ ਸ਼ੜਯੰਤਰ ਹੈ। ਦੇਖੋ ਪਹਿਲੇ ਤਾਂ ਕੋਵਿਡ ਦੇ ਨਾਂ ਤੇ ਇਹਨੂੰ ਇੰਨੀ ਦੁਹਾਈ ਕੱਟਦੇ ਨਹੀਂ ਕਿ ਬੜੀ ਖਤਰਨਾਕ ਬਿਮਾਰੀ ਹੈ। ਹਰ ਇੱਕ ਆਦਮੀ ਭਾਵੇਂ ਕਿਤੇ ਸੋਚਦਾ ਹੈ ਵੀ ਮੈਂ ਜੇ ਲਵਾ ਲਿਆ ਤਾਂ ਕਿਤੇ ਮੈਂ ਬਿਮਾਰ ਨਾ ਹੋਊਗਾ, ਕਿਤੇ ਮੇਰੀ ਮੌਤ ਨਾ ਹੋਊਗੀ, ਸੋਚ ਇਹ ਵੀ ਰਿਹਾ ਹੈ। ਲੇਕਿਨ ਦੂਜੇ ਪੱਖ ਤੋਂ ਸੋਚ ਇਹ ਵੀ ਰਿਹਾ ਹੈ ਕਿ ਕਿਤੇ ਇਹ ਨਾ ਹੋਵੇ ਟੀਕਾ ਨਾ ਲਵਾਉਣ ਕਰਕੇ ਮੈਨੂੰ ਕੋਵਿਡ ਨਾ ਹੋ ਜਾਏ। ਦੁਬਦਾ ਚ ਪਿਆ ਹੋਇਆ, ਜਿਹੜਾ ਦੁਬਦਾ ਚ ਪਿਆ ਕਿਤੇ ਨਾ ਕਿਤੇ ਫਸੂਗਾ। ਔਰ ਉਹਦਾ ਮਤਲਬ ਕੀ ਹੈ ਕਿ ਏਡੀ ਵੱਡੀ ਪੱਧਰ ਦੇ ਉੱਤੇ ਕੋਵਿਡ ਦਾ ਪ੍ਰਚਾਰ ਕਰਕੇ ਉਹਨੂੰ ਇੰਨਾ ਪ੍ਰਚਾਰ ਕੇ ਏਡਾ ਵੱਡੀ ਮਹਾਮਾਰੀ ਸਾਬਿਤ ਕਰਨ ਦੀ ਕੋਸ਼ਿਸ਼ ਕਰਕੇ ਸਰਕਾਰ ਨੇ ਜਾਣ ਬੁੱਝ ਕੇ ਆਕਸੀਜਨ ਦੀ ਘਾਟ ਲਿਆ ਕੇ ਲੋਕ ਮਾਰੇ ਗਏ ਤਾਂ ਕਿ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਭੈ ਦਾ ਮਾਹੌਲ ਬਣ ਜਾਵੇ। ਇਸ ਦਾ ਮਤਲਬ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਸਿਵੇ ਬਲਦੇ ਦੇਖੇ ਦਿੱਲੀ ਦੀਆਂ ਤਸਵੀਰਾਂ ਸੀ ਜਾਂ ਫਿਰ ਯੂਪੀ ਦੀ ਗੰਗਾ ਦੇ ਵਿੱਚ ਪਵਿੱਤਰ ਗੰਗਾ ਕਿਹਾ ਜਾਂਦਾ, ਉਸ ਦੇ ਵਿੱਚ ਵੀ ਲਾਸ਼ਾਂ ਤੈਰਦੀਆਂ ਨਜ਼ਰ ਆਈਆਂ। ਉਹ ਇੱਕ
ਸੋਚੇ ਸਮਝੇ ਕਤਲ ਉਹਨਾਂ ਨੂੰ ਕਰਾਰ ਦਿੱਤਾ ਜਾਂਦਾ ਤੁਹਾਡੇ ਵੱਲੋਂ? ਦੇ 100% ਸੋਚੀ ਸਮਝੀ ਇੱਕ ਚਾਲ, ਇੱਕ ਸਾਜ਼ਿਸ਼ ਦੇ ਤਹਿਤ ਹੋਇਆ ਸਾਰਾ ਕੁਝ। ਦੇਖੋ ਇੱਕ ਇਹ ਜਿਹੜਾ ਕੋਵਿਡ ਅੱਜ ਨਹੀਂ ਆਇਆ, 2 ਸਾਲ ਦਾ ਕੋਵਿਡ ਚੱਲ ਰਿਹਾ। ਜਿਹੜੀ ਬਿਮਾਰੀ 2 ਸਾਲ ਤੋਂ ਭਾਰਤ ਦੇ ਅੰਦਰ ਚੱਲ ਰਹੀ ਹੈ, ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਕਿ ਪਾਰਲੀਮੈਂਟ ਜਿੱਥੇ ਵਧੀਆ ਕੰਮ ਚੱਲ ਰਿਹਾ ਸੀ, ਪਾਰਲੀਮੈਂਟ ਦੀ ਬਿਲਡਿੰਗ ਢਾਹ ਕੇ, ਜਾਂ ਮੈਂ ਕਹਿੰਦਾ ਪ੍ਰਧਾਨ ਮੰਤਰੀ ਨੇ ਰਾਤ ਹੀ ਕੱਟਣੀ ਹੈ ਨਾ, ਭਾਵੇਂ ਕਿਸੇ ਝੁੱਗੀ ਚ ਬਹਿ ਕੇ ਰਾਤ ਕੱਟੀ ਜਾ ਸਕਦੀ ਹੈ ਅਗਰ ਇਨਸਾਨੀਅਤ ਹੋਵੇ। ਨਹੀਂ ਉਹਦੇ ਕੋਲੇ ਬੰਗਲਾ ਤਾਂ ਕਿਤੇ ਕਿਰਾਏ ਤੇ ਵੀ ਰਾਤ ਕੱਟੀ ਜਾ ਸਕਦੀ ਹੈ। ਔਰ ਉੱਥੇ ਜਿਹੜਾ 200-250 ਕਰੋੜ ਰੁਪਇਆ ਖਰਚ ਕੀਤਾ ਜਾ ਰਿਹਾ ਹੈ ਉਹ ਬਣਾਉਣ ਤੇ, ਉਹ ਇੰਨਾ ਪੈਸਾ ਕਿ ਹਸਪੀਟਲ ਨਹੀਂ ਪੈਦਾ ਖੜੇ ਕੀਤੇ ਜਾ ਸਕਦੇ ਸੀਗੇ ਭਾਰਤ ਦੇ ਅੰਦਰ, ਕੀ ਲੋਕਾਂ ਵਾਸਤੇ ਆਕਸੀਜਨ ਨਹੀਂ ਪੈਦਾ ਕੀਤੀ ਜਾ ਸਕਦੀ ਸੀ। ਕੋਵਿਡ ਦਾ ਪਹਿਲਾ ਦੌਰ ਆ, ਜੋ ਕੋਵਿਡ ਸ਼ੁਰੂ ਹੀ ਹੁੰਦਾ ਹੈ, ਲੋਕਾਂ ਨੂੰ ਸਭ ਤੋਂ ਪਹਿਲਾਂ ਇਸ ਗੱਲ ਦਾ ਸਾਹਮਣਾ ਕਰਨਾ ਪਿਆ ਕਿ ਜੀ ਆਕਸੀਜਨ ਮੁੱਕ ਗਈ, ਆਕਸੀਜਨ ਨਹੀਂ ਮਿਲ ਰਹੀ। ਤਾਂ ਫਿਰ ਸਾਡੀ ਸਰਕਾਰ ਨੇ ਪ੍ਰਬੰਧ ਕੀ ਕੀਤੇ? ਕਿੰਨੇ ਨਵੇਂ ਹਸਪੀਟਲ ਬਣਾਏ, ਕਿੰਨੇ ਆਕਸੀਜਨ ਪਲਾਂਟ ਬਣਾਏ, ਕਿੰਨੇ ਪ੍ਰਬੰਧ ਕੀਤੇ, ਕੀ ਤਿਆਰੀ ਕੀਤੀ? ਕੋਈ ਤਿਆਰੀ ਨਹੀਂ, ਕੁਛ ਨਹੀਂ, ਕਿਉਂਕਿ ਉਹ ਚਾਹੁੰਦੇ ਹੀ ਸੀ ਇਹ ਕਿ ਕੋਵਿਡ ਇੰਜੈਕਸ਼ਨ ਦੇ ਜ਼ਰੀਏ ਜਿਹੜੀ ਲੋਕਾਂ ਨੂੰ ਟੀਕੇ ਲਾਏ ਜਾ ਰਹੇ ਨੇ, ਟੀਕਾਕਰਨ ਕੀਤਾ ਜਾ ਰਿਹਾ ਹੈ, ਉਹਦੇ ਜ਼ਰੀਏ ਕੋਵਿਡ ਫੈਲਾਇਆ ਜਾਵੇ। ਔਰ ਜਿਹੜੀ ਮੈਂ ਕਹਿ ਰਿਹਾ ਗੱਲ ਇਹ ਮੈਂ ਨਹੀਂ ਕਹਿ ਰਿਹਾ ਇਕੱਲਾ, ਉਹ ਫਰਾਂਸ ਦੇ ਇੱਕ ਡਾਕਟਰ ਨੇ ਜਿਹੜਾ ਨੋਬਲ ਪ੍ਰਾਈਜ਼ ਵਿਜੇਤਾ ਹੈ, ਉਸ ਬੰਦੇ ਨੇ ਆਪਣੀ ਕਲੀਅਰ ਕਰ ਦਿੱਤਾ ਪ੍ਰੈਸ ਦੇ ਸਾਹਮਣੇ, ਠੋਕ ਕੇ ਕਹਿਤਾ ਕਿ ਕੋਵਿਡ ਜੋ ਫੈਲ ਰਿਹਾ ਹੈ, ਜੋ ਅਨਕੰਟਰੋਲ ਹੋ ਰਿਹਾ ਹੈ, ਉਹਦੀ ਮੇਨ ਵਜ੍ਹਾ ਜਿਹੜੀ ਵੈਕਸੀਨ ਹੈ ਔਰ ਇਹਨਾਂ ਨੇ ਜ਼ੋਰ ਦੇ ਕੇ ਵੈਕਸੀਨ ਲਵਾਈ ਹੈ। ਇਹਦਾ ਮਤਲਬ ਬਿਮਾਰੀ ਨੂੰ ਫੈਲਾਉਣ ਵਾਸਤੇ ਪੂਰਾ ਜ਼ੋਰ ਲਾਇਆ ਸਾਡੀ ਸਰਕਾਰ ਨੇ। ਔਰ ਉਹ ਜਿਹੜੀ ਬਿਮਾਰੀ ਫੈਲਾਈ ਗਈ, ਉਹ ਮੇਰੇ ਖਿਆਲ ਅੱਗੇ ਜਾ ਕੇ ਆਕਸੀਜਨ ਦੀ ਸ਼ਾਰਟੇਜ ਬਣਾ ਦਿੱਤੀ ਗਈ, ਉਹਦੇ ਨਾਲ ਲੋਕਾਂ ਦੀਆਂ ਮੌਤਾਂ ਸੁਭਾਵਿਕ ਹੋਈਆਂ। ਡੱਲੇਵਾਲ ਸਾਹਿਬ, ਇਹ ਵੀ ਇੱਕ ਲੰਬਾ ਵਿਸ਼ਾ ਹੋ ਸਕਦਾ ਹੈ ਗੱਲਬਾਤ ਦਾ, ਪਰ ਆਪਾਂ ਫਿਰ ਇੱਕ ਵਾਰ ਪੰਜਾਬ ਵੱਲ ਆਉਂਦੇ ਆ ਤਾਂ ਪੰਜਾਬ ਦੇ ਵਿੱਚ ਵੀ ਕੋਵਿਡ ਨੂੰ ਲੈ ਕੇ ਬਹੁਤ ਸਾਰੇ ਕਿਸਾਨ ਆਗੂ ਵੀ ਨਾਰਾਜ਼ ਹੋਏ ਸਰਕਾਰ ਦੇ ਨਾਲ, ਜਿਹੜੀ ਪੰਜਾਬ ਦੀ ਸਰਕਾਰ ਹੈ। ਉਹਨਾਂ ਨੇ ਕਿਸਾਨਾਂ ਨੂੰ ਵੀ ਕਿਹਾ ਕਿ ਪ੍ਰੋਟੈਸਟ ਨਾ ਕਰੋ, ਜਿਹੜੇ ਕਿਸਾਨ ਇਕੱਠ ਕਰ ਰਹੇ ਉਹਨਾਂ ਦੇ ਪਰਚੇ ਵੀ ਹੋਏ ਤਰ੍ਹਾਂ ਦੇ। ਉਹਦੇ ਵਿੱਚ ਗਾਇਕ ਪੰਮਾ ਡੂਮੇਵਾਲੀ ਵੀ ਇੱਕ ਸਨ, ਉਹਨਾਂ ਨੇ ਕਿਸਾਨੀ ਸੰਘਰਸ਼ ਦੀ ਸਟੇਜ ਤੇ ਗਾਇਆ, ਉਹਨਾਂ ਦੇ ਪਰਚਾ ਹੋ ਗਿਆ। ਦੀਪ ਸਿੱਧੂ ਪਿੰਡਾਂ ਦੇ ਵਿੱਚ ਜਾ ਰਹੇ ਸੀ ਕਿਸਾਨਾਂ ਨੂੰ ਲਾਮਬੰਦ ਕਰਨ, ਦੀਪ ਸਿੱਧੂ ਦੇ ਪਰਚਾ ਹੋ ਗਿਆ। ਤਾਂ ਪਰਚੇ ਜ਼ਰੂਰ ਕੱਟੇ ਗਏ, ਪਰ ਇੱਥੇ ਆਕਸੀਜਨ ਦੇ ਪ੍ਰਬੰਧਾਂ ਨੂੰ ਕਿਵੇਂ ਤੁਸੀਂ ਦੇਖਦੇ ਹੋ? ਪੰਜਾਬ ਆਏ ਹੋਏ ਹੋ, ਖਾਸ ਤੌਰ ਤੇ ਤੁਹਾਡੇ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹੈ, ਇੱਕੋ ਹਸਪਤਾਲ ਹੈ ਮਾਲਵੇ ਦੇ ਇਸ ਖੇਤਰ ਦੀ ਗੱਲ ਕਰੀਏ ਤਾਂ ਕਿਵੇਂ ਦੇਖ ਰਹੇ ਹੋ? ਦੇਖੋ, ਮੈਂ ਇੱਕ ਪਹਿਲਾਂ ਵੀ ਇਹ ਹੋ ਚੁੱਕੀ ਹੈ, ਗੱਲ ਕਰ ਚੁੱਕਾ ਹਾਂ, ਕਿਸੇ ਵੀ ਸਰਕਾਰ ਨੇ ਕੋਵਿਡ, ਹਕੀਕਤ ਦੇ ਵਿੱਚ ਕੋਵਿਡ ਉਹ ਵੱਡੀ ਬਿਮਾਰੀ ਹੈ ਹੀ ਨਹੀਂ, ਇਹ ਤਾਂ ਸਿਰਫ ਇੱਕ ਇਹਨਾਂ ਨੇ ਲੋਕਾਂ ਨੂੰ ਜਾਣ ਕੇ ਮਾਰਿਆ ਤਾਂ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਕੇ ਕੋਵਿਡ ਦੀ ਆੜ ਥੱਲੇ ਅੰਦੋਲਨ ਖਿਲਾਰਿਆ ਜਾ ਸਕੇ। ਸਿਰਫ ਇੱਕੋ ਹੀ ਮਕਸਦ ਸੀ ਇਹਨਾਂ ਦਾ। ਨਹੀਂ ਤਾਂ ਕੋਵਿਡ ਦੇ ਨਾਲ ਕੇਵਲ 1.5% ਮੌਤ ਦੀ ਡੈਥ ਦਰ ਹੈ, ਜਿਹਦੇ ਨਾਲ 1.5% ਡੈਥ ਦਰ ਹੈ, ਉਹਨੂੰ ਮਹਾਮਾਰੀ ਨਹੀਂ ਕਿਹਾ ਜਾ ਸਕਦਾ। ਬਿਮਾਰੀ ਤਾਂ ਕਿਹਾ ਜਾ ਸਕਦਾ ਲੇਕਿਨ ਮਹਾਮਾਰੀ ਨਹੀਂ ਕਿਹਾ ਜਾ ਸਕਦਾ। ਇਹਨਾਂ ਨੇ ਉਹਨੂੰ ਜ਼ਿਆਦਾ ਲੋਕ ਮਾਰ ਕੇ ਉਹਨੂੰ ਇੱਕ ਤਰ੍ਹਾਂ ਦਾ ਮਹਾਮਾਰੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਉਹਦੇ ਵਿੱਚ ਮੈਂ ਕਹੂੰਗਾ ਪੰਜਾਬ ਸਰਕਾਰ ਵੀ ਪਿੱਛੇ ਨਹੀਂ ਰਹੀ, ਇਹਨਾਂ ਨੇ ਵੀ ਕੋਈ ਪ੍ਰਬੰਧ ਨਹੀਂ ਕੀਤੇ। ਹੋਰਨਾਂ ਕੰਮਾਂ ਦੇ ਉੱਤੇ ਪੈਸੇ ਖਰਚ ਕੀਤਾ ਹੈ, ਬੇਲੋੜਾ ਪੈਸਾ ਖਰਚ ਕੀਤਾ ਹੈ। ਜਿੱਥੇ ਪੰਜਾਬ ਸਰਕਾਰ ਨੇ ਹਸਪੀਟਲਾਂ ਦੇ ਵਿੱਚ ਵਿਕਾਸ ਕਰਨਾ ਬਣਦਾ ਸੀ, ਨਵੇਂ ਹਸਪੀਟਲ ਬਣਨੇ ਚਾਹੀਦੇ ਸੀ, ਜ਼ਿਆਦਾ ਤੋਂ ਜ਼ਿਆਦਾ ਬੈੱਡਾਂ ਨੂੰ ਅਰੇਂਜਮੈਂਟ ਕਰਦੇ, ਆਕਸੀਜਨ ਅਰੇਂਜਮੈਂਟ ਕਰਦੇ, ਜ਼ਿਆਦਾ ਤੋਂ ਜ਼ਿਆਦਾ ਮੈਡੀਸਨ ਦਾ ਪ੍ਰਬੰਧ ਹੁੰਦਾ, ਉਹ ਤਾਂ ਕੀਤਾ ਕੋਈ। ਮੈਂ ਕਹਿੰਦਾ ਵੈਕਸੀਨ ਲਾਉਣਾ ਇੱਕ ਵਪਾਰ ਹੈ, ਇਹ ਵਪਾਰ ਕੀਤਾ ਗਿਆ ਸਰਕਾਰ ਵੱਲੋਂ, ਬੜਾ ਕਲੀਅਰ ਕਰਦਾ ਹੈ। ਪੇਡ ਵੀ ਸ਼ੁਰੂ ਹੋ ਚੁੱਕਿਆ ਹੈ। ਮੈਂ ਉਹੀ ਗੱਲ ਕਰਦਾ ਕਿ ਵਪਾਰ ਸ਼ੁਰੂ ਕੀਤਾ ਗਿਆ। ਹਾਲਾਂਕਿ ਹੋਣਾ ਇਹ ਚਾਹੀਦਾ ਹੈ ਕਿ ਜਿਹੜਾ ਬੰਦਾ ਬਿਮਾਰ ਹੋਇਆ ਹੈ ਉਹਨੂੰ ਦਵਾਈ ਦਿਓ, ਉਹਦਾ ਇਲਾਜ ਕਰੋ। ਇੱਕ ਤਾਂ ਲਾ ਕੰਮ ਸ਼ੁਰੂ ਕਰਦਾ ਵੀ ਸਾਰੇ ਲੋਕ ਵੈਕਸੀਨ ਹੋਣ। ਇਹ ਉਹ ਇੱਕ ਕੰਪਨੀ ਨੂੰ, ਵਪਾਰੀ ਨੂੰ ਲਾਹਾ ਦੇਣ ਵਾਸਤੇ, ਉਹਦੇ ਨਾਲ ਪਤਾ ਨਹੀਂ ਕੀ ਇਹਨਾਂ ਦੀਆਂ ਸਾਰਗਤਾਂ ਹੋਣਗੀਆਂ, ਉਹਨਾਂ ਲੋਕਾਂ ਨੂੰ ਲਾਹਾ ਦੇਣ ਵਾਸਤੇ ਜ਼ਬਰਦਸਤੀ ਲੋਕਾਂ ਨੂੰ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਅਗਰ ਸਰਕਾਰੀ ਦਰਬਾਰੇ ਕੋਈ ਕੰਮ ਕਰਵਾਉਣਾ ਹੈ ਤਾਂ ਪਹਿਲਾਂ ਤੁਸੀਂ ਆਪਦਾ ਸਰਟੀਫਿਕੇਟ ਲੈ ਕੇ ਆਓ ਕਿ ਤੁਹਾਨੂੰ ਵੈਕਸੀਨ ਲੱਗੀ ਹੈ। ਇਟ ਮੀਨਸ ਕਿ ਦਬਾਅ ਨਾਲ, ਅੰਡਰ ਪ੍ਰੈਸ਼ਰ ਲੋਕਾਂ ਦੇ ਵੈਕਸੀਨ ਲਾਈ ਜਾ ਰਹੀ ਹੈ। ਤਾਂ ਇਹਨੂੰ ਕੀ ਕਹਾਂਗੇ ਅਸੀਂ? ਇੱਕ ਵਪਾਰੀ ਨੂੰ ਮੁਨਾਫਾ ਦੇਣ ਦੀ ਕੋਸ਼ਿਸ਼। ਔਰ ਦਿੱਲੀ ਦੀ ਇੱਕ ਰਿਪੋਰਟ ਆ ਜਿਹੜੀ ਇਹ ਕਹਿੰਦੀ ਹੈ ਕਿ ਜਦੋਂ 10,000 ਵੈਕਸੀਨ ਲੱਗੂਗੀ, 10,000 ਦੇ ਮਗਰ 3 ਆਦਮੀਆਂ ਦੀ ਡੈਥ ਹੋਣ ਦੇ ਚਾਂਸ ਆ। 3 ਆਦਮੀਆਂ ਦੀ ਡੈਥ ਹੋਣੀ ਯਕੀਨੀ ਆ। ਇਹ ਕਿਹਾ ਨਾ ਹੈ ਹੁਣ ਜਿਹੜੇ 3 ਆਦਮੀ ਮਰ ਜਾਣ, ਲੇਕਿਨ ਇਹਨਾਂ ਨੂੰ ਮੁਨਾਫਾ ਜ਼ਰੂਰ ਦੇਣਾ। ਮੈਂ ਕਹਿੰਦਾ ਹੋਣਾ ਇਹ ਚਾਹੀਦਾ ਸੀਗਾ ਕਿ ਤੁਸੀਂ ਜਿਹੜਾ ਮਰੀਜ਼ ਹੈ
ਮਰੀਜ਼ਾਂ ਵਾਸਤੇ ਇਲਾਜ ਕਰਨ ਵਾਸਤੇ ਮੈਡੀਸਨ ਦੀ ਲੋੜ ਉਹਨਾਂ ਮਰੀਜ਼ਾਂ ਨੂੰ ਸੀ, ਨਾ ਕਿ ਵੈਕਸੀਨ ਦੀ ਲੋੜ ਸੀ। ਜੀ ਤਾਂ ਇੱਕ ਵਾਰ ਫਿਰ ਪੰਜਾਬ ਵੱਲ ਆਉਂਦੇ ਆ ਤਾਂ ਪੰਜਾਬ ਦੇ ਵਿੱਚ ਸਰਕਾਰ ਨੇ ਇਹ ਵੀ ਦਾਅਵਾ ਕੀਤਾ ਕਿ ਅਸੀਂ ਕਿਸਾਨਾਂ ਦੇ ਹਮਾਇਤੀ ਹਾਂ। ਉਸ ਦੇ ਨਾਲ ਹੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਲੱਖਾ ਸਿਧਾਣਾ ਕਿਸਾਨੀ ਸੰਘਰਸ਼ ਨੂੰ ਲੈ ਕੇ ਰੈਲੀ ਕਰ ਰਹੇ ਸੀ ਕਿਸੇ ਪਿੰਡ ਦੇ ਵਿੱਚ, ਤਾਂ ਉੱਥੇ ਪੁਲਿਸ ਦੇ ਵੱਲੋਂ ਘੇਰਾ ਪੈ ਜਾਂਦਾ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ। ਤਾਂ ਉਸ ਜਗ੍ਹਾ ਤੇ ਸ਼ਾਇਦ ਕਿਹਾ ਗਿਆ ਕਿ ਪੁਲਿਸ ਹੈ ਜਿਹੜੀ ਗ੍ਰਿਫਤਾਰੀ ਦੀ ਮਨਸ਼ਾ ਦੇ ਨਾਲ ਪਹੁੰਚੀ ਸੀ। ਤਾਂ ਕੀ ਇਸ ਤਰ੍ਹਾਂ ਪੰਜਾਬ ਦੇ ਵਿੱਚ ਦਿੱਲੀ ਪੁਲਿਸ ਪਹਿਲਾਂ ਉਹਨਾਂ ਦੇ ਭਰਾ ਦੇ ਉੱਪਰ ਇਸ ਗੱਲ ਦਾ ਜਿਹੜਾ ਤਸ਼ੱਦਦ ਹੋਇਆ ਸੀ, ਤਾਂ ਜੋ ਹੋਰ ਵੀ ਬਹੁਤ ਸਾਰੇ ਨੌਜਵਾਨ ਨੇ ਪਿੱਛੇ ਦੀ ਜਾਈਏ ਤਾਂ ਇਸ ਤਰ੍ਹਾਂ ਪੰਜਾਬ ਤੇ ਜਿਹੜੀ ਸਰਕਾਰ ਪੰਜਾਬ ਸਰਕਾਰ ਕਿਸਾਨੀ ਸੰਘਰਸ਼ ਦੀ ਕੀ ਮੰਨਦੇ ਹੋ ਹਮਾਇਤੀ ਹੈ ਜੇ ਦਿੱਲੀ ਪੁਲਿਸ ਅਗਰ ਗ੍ਰਿਫਤਾਰੀ ਕਰਨ ਆਉਂਦੀ ਹੈ ਕਿਸੇ ਵੀ ਨੌਜਵਾਨ? ਦੇਖੋ ਮੈਂ ਸਮਝੂਗਾ ਕਿ ਪੰਜਾਬ ਸਰਕਾਰ ਛੱਡੋ, ਕੋਈ ਵੀ ਸਰਕਾਰ, ਕੋਈ ਪੋਲੀਟੀਕਲ ਪਾਰਟੀ ਕਿਸਾਨੀ ਸੰਘਰਸ਼ ਦੀ ਹਮਾਇਤ ਨਹੀਂ ਕਰਦੀ, ਉਹਦੇ ਪੱਖ ਚ ਨਹੀਂ। ਕਿਉਂਕਿ ਇਹ ਜਿਹੜੇ ਕਾਨੂੰਨ ਆਏ ਆ ਜਿਨ੍ਹਾਂ ਦੇ ਜਿਹੜੇ ਸਾਡੇ ਲਈ ਅੱਜ ਗਲੇ ਦੀ ਹੱਡੀ ਬਣੀ ਪਈ, ਜਿਨ੍ਹਾਂ ਦੀ ਖਾਤਰ ਅਸੀਂ ਮਾਰਨ ਤੱਕ ਲੋਕ ਉੱਤੇ ਖੜੇ ਨੇ, ਅੰਦੋਲਨ ਏਡਾ ਵੱਡਾ ਉੱਠਿਆ ਹੋਇਆ, ਇਹਨੂੰ ਜੇਕਰ ਦੇਖਿਆ ਜਾਵੇ ਉਹਦੀ ਬੈਕਗ੍ਰਾਉਂਡ तो गैट है, ये गैट चो निकल के आई और गैट के उत्ते साइन कौन करता है? साडे देश का वो प्रधानमंत्री जिहड़ा कांग्रेस है नरसिम्हा राव ने 1994 ਦੇ ਵਿੱਚ गैट ਦੇ साइन ਕੀਤੇ और उस ਵੇਲੇ ਉਹਨਾਂ ਦੇ ਖਜ਼ਾਨਾ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ और ਇਹਨਾਂ ਲੋਕਾਂ ਨੇ ਮਤਲਬ ਇਹ ਫਾਹਾ ਲੋਕਾਂ ਦੇ ਗੱਲ ਪਾਇਆ और ਅੱਜ ਇਹ ਕਿਵੇਂ ਮਤਲਬ ਜਿਹੜਾ ਉਹ ਉਸ ਗੈਟ ਦੇ ਵਿੱਚੋਂ ਨਿਕਲ ਕੇ ਆਏ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਹ ਕਿਸਾਨਾਂ ਦੇ ਪੱਖ 'ਚ ਕਿਵੇਂ ਕਰਦੇ ਆ? ਜ਼ਿਕਰ ਕਿਸੇ ਇੱਕ ਲੀਡਰ ਦਾ किसान पक्षी बयान नहीं है ना, कोई ने अपने पद्धर पे कुछ नहीं किया। सो कोई नहीं खड़ेगा अंदोलनकारियों ਨੂੰ ਤਾਂ ਆਪਣੇ ਬਲਬੂਤੇ ਤੇ। और ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਇੱਥੇ ਗ੍ਰਿਫਤਾਰੀਆਂ ਦੀ ਗੱਲ, ਅਗਰ ਅਜਿਹਾ ਕਰਦੇ ਤੇ ਵੀ ਇਹਨਾਂ ਦੀ ਕੋਸ਼ਿਸ਼ ਹੋ ਸਕਦੀ ਹੈ ਕਿ ਪੰਜਾਬ ਦੇ ਹਾਲਾਤ ਤੇ ਉੱਥੇ ਜਿਹੜਾ ਲੱਖਾ ਸਿਧਾਣਾ ਦਾ ਮਸਲਾ ਨਹੀਂ ਹੈ, ਇੱਥੇ ਤੁਹਾਡੇ ਸੱਪਾਂ ਵਾਲੀ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਤੁਸੀਂ ਉੱਥੇ ਜਾ ਕੇ ਆਏ ਹੋ ਕਿ ਤੁਸੀਂ ਪ੍ਰੋਟੈਸਟ ਸਾਈਟ ਤੋਂ ਉੱਠ ਜਾਓ। ਹੋਰ ਵੀ ਬਹੁਤ ਥਾਵਾਂ ਤੇ ਕੋਸ਼ਿਸ਼ਾਂ ਚੱਲ ਰਹੀਆਂ ਨੇ, ਜਿਹੜੀ ਵੀ ਪ੍ਰੋਟੈਸਟ ਸਾਈਟ ਸੀ, ਚਾਹੇ ਉਹ ਰਿਲਾਇੰਸ ਮਾਲ ਸੀਗੇ, ਪੰਪ ਸੀਗੇ, ਜਾਂ ਫਿਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕਾਰਪੋਰੇਟ ਦੇ ਜਿਹੜੇ ਗੋਦਾਮ ਘੇਰੇ ਹੋਏ ਸੀ, ਜਾਂ ਫਿਰ ਟੂਲ ਟੈਕਸ ਦੇ ਉੱਪਰ ਵੀ ਬਕਾਇਦਾ ਜਿਹੜੇ ਨੋਟਿਸ ਆ ਰਹੇ ਨੇ, ਜਿਹੜੇ ਨਾਲ ਲੋਕਲ ਪੁਲਿਸ ਸਟੇਸ਼ਨ ਦੇ ਟੂਲ ਟੈਕਸ ਦੇ ਨਾਲ ਉਹਨਾਂ ਨੂੰ ਨੋਟਿਸ ਆ ਰਹੇ ਕਿ ਜਿਹੜਾ ਖਾਲੀ ਕਰਾਇਆ ਜਾਵੇ ਟੂਲ ਟੈਕਸ ਦਾ, ਫਿਰ ਉਹਦੇ ਵੱਲੋਂ ਪੁਲਿਸ ਦੇ ਵੱਲੋਂ ਰਿਪੋਰਟਾਂ ਭੇਜੀਆਂ ਜਾ ਰਹੀਆਂ ਨੇ। ਇਹ ਸਾਰਾ ਕੁਝ ਕਿਉਂ ਚੱਲ ਰਿਹਾ? ਕਿਸਾਨੀ ਸੰਘਰਸ਼ ਲੱਗਦਾ ਨਹੀਂ ਜੇ ਜਿੱਥੋਂ ਮੁੱਢ ਸੀ ਪੰਜਾਬ, ਜਿੱਥੋਂ ਸ਼ੁਰੂ ਹੋਇਆ ਸੀ ਕਿਸਾਨੀ ਸੰਘਰਸ਼, ਉਹਨਾਂ ਨੂੰ ਉਹ ਨੀਹਾਂ ਕਮਜ਼ੋਰ ਕੀਤੀਆਂ ਜਾ ਰਹੀਆਂ। ਇਹ ਮਕਸਦ ਹੈ, ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ। ਇਹ ਨਿੱਕੀ ਗੱਲ ਨਹੀਂ ਹੈ ਜਿਹੜਾ ਇਹ ਕੁਝ ਕੀਤਾ ਜਾ ਰਿਹਾ। ਸਭ ਤੋਂ ਵੱਡੀ ਗੱਲ ਸਮਝਣ ਵਾਲੀ ਇਹ ਚੀਜ਼ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਦਿੱਲੀ ਦੀਆਂ ਗਰੋਹਾਂ ਦੇ ਪੰਜਾਬ ਤੇ ਹਰਿਆਣਾ ਦੇ ਲੋਕ ਜ਼ਿਆਦਾਤਰ ਲੱਗ ਰਹੇ। ਇਹਨਾਂ ਲੋਕਾਂ ਨੂੰ ਪੰਜਾਬ ਦਿਆਂ ਨੂੰ ਪੰਜਾਬ 'ਚ, ਹਰਿਆਣੇ ਦਿਆਂ ਨੂੰ ਹਰਿਆਣੇ 'ਚ ਹੀ ਉਲਝਾ ਦਿੱਤਾ ਜਾਏ और ਅਜਿਹੇ ਹਾਲਾਤ ਪੈਦਾ ਕਰ ਰਹੇ। ਪਰ ਸਰਕਾਰਾਂ ਨੂੰ ਇਹ ਨਹੀਂ ਪਤਾ, ਸਰਕਾਰ ਬਹੁਤ ਵੱਡਾ ਭੁਲੇਖਾ ਪਾਈ ਬੈਠੀ ਹੈ। ਜਿਵੇਂ ਤੁਸੀਂ ਇਹ ਗ੍ਰਿਫਤਾਰੀਆਂ ਦੀ ਗੱਲ ਕੀਤੀ, ਜਾਂ ਤੁਸੀਂ ਲੋਕਾਂ ਨੂੰ ਮਤਲਬ ਅੰਦੋਲਨ ਦੇ ਵਿੱਚ ਉਠਾਉਣ ਦੀ ਗੱਲ ਕੀਤੀ, ਕਿ ਜਿਹੜਾ ਮਤਲਬ ਧਰਨਾ ਸਥਲ ਦੇ ਵਿੱਚੋਂ ਲੋਕ ਉੱਠ ਖੜਨ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪ੍ਰੈਸ਼ਰ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ। ਸਰਕਾਰ ਨੂੰ ਇੱਕ ਉਦਾਹਰਨ ਹੈ, ਉਹਦੇ ਤੋਂ ਸਬਕ ਲੈ ਲੈਣਾ ਚਾਹੀਦਾ ਹੈ ਕਿ ਹਿਸਾਰ ਦੇ ਵਿੱਚ ਇਹ ਸੋਚ ਕੇ ਕਿ ਥੋੜੇ ਕਿਸਾਨ ਆ ਇਹਨਾਂ ਦੇ ਲਾਠੀਚਾਰਜ ਕਰ ਦਿਓ और ਉਹਦਾ ਸਿੱਟਾ ਕੀ ਭੁਗਤਣਾ ਪਿਆ ਕਿ ਹਿਸਾਰ ਦੇ ਪ੍ਰਸ਼ਾਸਨ ਨੂੰ ਭਰੀ ਸਭਾ ਲੋਕਾਂ ਦੇ ਵਿੱਚ ਮਾਫੀ ਮੰਗਣੀ ਪਈ ਔਰ ਲੋਕਾਂ ਦੇ ਕੇਸ ਮੁਕੱਦਮੇ ਰੱਦ ਕਰਨੇ ਪਏ। ਔਰ ਉਸ ਦਿਨ ਕੱਟ ਮੈਂ ਉਸ ਕੱਟ ਦੇ ਵਿੱਚ ਆ ਗਿਆ 50,000 ਲੋਕਾਂ ਦਾ ਕੱਟ ਸੀ, ਜਿਹਦੇ ਵਿੱਚ ਘੱਟੋ ਘੱਟ 10,000 ਔਰਤਾਂ ਸੀ। ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਅੱਜ ਇਹ ਅੰਦੋਲਨ ਪੰਜਾਬ ਦਾ ਨਹੀਂ ਰਿਹਾ, ਇਹ ਹਰਿਆਣੇ ਦਾ ਨਹੀਂ ਰਿਹਾ, ਅਗਰ ਤੁਸੀਂ ਪੰਜਾਬ ਤੇ ਹਰਿਆਣੇ ਦੇ ਵਿੱਚ ਅੰਦੋਲਨ ਨੂੰ ਉੱਥੋਂ ਭੜਕਾ ਕੇ ਤੇ ਪੰਜਾਬ ਤੇ ਹਰਿਆਣੇ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ, ਤੇ ਬਿਲਕੁਲ ਤੁਹਾਡੀ ਸੋਚ ਗਲਤ ਹੈ। ਲੋਕ ਬੜੇ ਬੈਠੇ ਨੇ। ਮੈਂ ਅੱਜ ਜਾ ਕੇ ਆਇਆ ਇਹ ਆਪਣੇ ਜਿਹੜਾ ਇੱਥੇ ਰਾਲੀਆਂ ਦਾ ਸੱਪਾਂ ਵਾਲੀ ਲੱਗਿਆ ਹੋਇਆ ਮੋਰਚਾ ਸਾਡੇ ਕਿਸਾਨਾਂ ਦਾ ਰਾਲੀਆਂ ਦੇ ਖਿਲਾਫ। ਹੁਣ ਇੱਥੇ ਲੋਕਾਂ ਦਾ ਇਕੱਠ ਤੁਸੀਂ ਜਦੋਂ ਮਰਜ਼ੀ ਜਾ ਕੇ ਚੈੱਕ ਕਰ ਲਓ। ਰਾਤ ਮੈਂ ਉਦੋਂ ਦੀ ਸੁਭਾਵ ਗਿਆ ਉੱਥੇ ਚੈੱਕ ਕਰਨ ਵਾਸਤੇ, ਰਾਤ ਵੀ ਉੱਥੇ 100 ਬੈਠਾ ਸੀ ਔਰ ਅੱਜ ਮੈਂ ਗਿਆ ਤਾਂ ਔਰਤਾਂ ਬੈਠੀਆਂ ਸੀ ਉੱਥੇ। ਇਹਦਾ ਮਤਲਬ ਦਿੱਲੀ ਵਾਲੇ ਮੋਰਚੇ ਤੇ ਕੋਈ ਪ੍ਰਭਾਵ ਨਹੀਂ ਪੈਣਾ। ਦਿੱਲੀ ਦਾ ਮੋਰਚਾ ਜਿਵੇਂ ਚੱਲ ਰਿਹਾ ਚੱਲੇਗਾ। ਇੱਥੇ ਤੁਸੀਂ ਪੰਜਾਬ ਦੇ ਜਾਂ ਹਰਿਆਣੇ ਦੇ ਹਾਲਾਤ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਜਾਂ ਹਰਿਆਣਾ ਸਰਕਾਰ ਹੋਊਗੀ ਅਗਰ ਇੱਥੇ ਛੇੜਛਾੜ ਦੁਬਾਰਾ ਕਰਦੀ ਹੈ। ਕਿਉਂਕਿ ਲੋਕ ਆਗੂ ਰਹਿਤ ਹੋ ਜਾਣਗੇ, ਆਗੂ ਰਹਿਤ ਹੋਏ ਲੋਕ
ਫਿਰ ਜੋ ਮਰਜ਼ੀ ਕਰ ਸਕਦੇ ਆ, ਕੋਈ ਉਹਦੀ ਜ਼ਿੰਮੇਵਾਰੀ ਫਿਰ ਸਰਕਾਰ ਦੀ ਹੋਏਗੀ ਅਗਰ ਕੋਈ ਜ਼ਿਆਦਾ ਨੁਕਸਾਨ ਹੁੰਦਾ ਹੈ। ਪਰ ਅਸੀਂ ਇਹ ਕਹਿ ਰਹੇ ਸਰਕਾਰ ਨੂੰ ਕਿ ਪੰਜਾਬ ਦੇ ਵਿਗੜੇ, ਕਿਤੋਂ ਦੇ ਵੀ ਵਿਗੜੇ ਹਾਲਾਤ, ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਕਿਤੋਂ ਦੇ ਵੀ ਵਿਗੜੇ ਹਾਲਾਤ ਕੰਟਰੋਲ ਕਰਨੇ ਬੜੇ ਔਖੇ ਹੋ ਜਾਂਦੇ ਆ। ਫਿਰ ਉਹ ਸਰਕਾਰਾਂ ਲਈ ਇੱਕ ਬਹੁਤ ਵੱਡੀ ਚੇਤਾਵਨੀ, ਬਹੁਤ ਵੱਡੀ ਮਤਲਬ ਚਿੰਤਾ ਦਾ ਵਿਸ਼ਾ ਬਣ ਜਾਂਦੇ ਆ। ਇਸ ਕਰਕੇ ਸਰਕਾਰਾਂ ਨੂੰ ਜੇ ਬਸ ਨਹੀਂ ਤੁਰਨਾ ਚਾਹੀਦਾ, ਵਾਪਸ ਮੁੜੇ ਸਰਕਾਰ। ਅੰਦੋਲਨ ਜਿੰਨੀ ਦੇਰ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨੀ ਦੇਰ ਤੱਕ ਲੱਖ ਯਤਨ ਕਰ ਲਈ ਸਰਕਾਰ। ਦਿੱਲੀ ਵਾਲਾ ਅੰਦੋਲਨ ਚੜ੍ਹਦੀ ਕਲਾ ਚ ਤੇ ਚੜ੍ਹਦੀ ਕਲਾ ਚ ਰਹੇਗਾ, ਇੱਧਰ ਨਵਾਂ ਵਿੱਢਣਗੇ ਤਾਂ ਉਹਦਾ ਖਿਲਾਫ ਸਰਕਾਰ ਨੂੰ ਭੁਗਤਣਾ ਪਏਗਾ। ਇਹ ਪੋਲੀਟੀਕਲ ਜਿਹੜੇ ਕੁਐਸਚਨ ਜਿਹੜੇ ਤੁਹਾਡੇ ਨਾਲ ਪੋਲੀਟੀਕਲ ਗੱਲਬਾਤ ਹੋ ਰਹੀ ਹੈ ਅੰਦੋਲਨ ਨੂੰ ਲੈ ਕੇ ਖਾਸ ਤੌਰ ਤੇ, ਉਹਦੇ ਵਿੱਚ ਆਖਰੀ ਸਵਾਲ ਇਹ ਹੈ ਕਿ ਤੁਸੀਂ ਹਿਸਾਬ ਦੇਖਿਆ, ਤੁਸੀਂ ਖੁਦ ਵੀ ਜਾ ਕੇ ਆਏ, ਲੋਕਾਂ ਦੇ ਦਬਾਅ ਦੇ ਕਾਰਨ ਮਸਲਾ ਹੱਲ ਹੋਇਆ, ਮੌਕੇ ਤੇ ਹੋਇਆ, ਬਹੁਤ ਘੱਟ ਸਮਾਂ ਲੱਗਿਆ। ਪਰ ਹੁਣ 6 ਮਹੀਨੇ ਅੰਦੋਲਨ ਨੂੰ ਪੂਰੇ ਨੇ। ਇਸ ਦੇ ਦਰਮਿਆਨ ਜਥੇਬੰਦੀਆਂ ਇਕੱਠ ਵਧਾਉਣ ਲਈ ਦਿੱਲੀ ਦੇ ਮੋਰਚਿਆਂ ਤੇ ਕਿਸ ਤਰ੍ਹਾਂ ਅੱਗੇ ਕੰਮ ਕਰਨੀਆਂ, ਤੇ ਨਾਲ ਹੀ ਜਿਹੜੀ ਚਿੱਠੀ ਲਿਖੀ ਗਈ ਹੈ ਕੇਂਦਰ ਦੀ ਸਰਕਾਰ ਨੂੰ ਡੈਡਲੌਕ ਤੋੜਨ ਦੇ ਲਈ, ਉਹ ਕਿਸ ਤਰ੍ਹਾਂ ਦੀ ਪਹਿਲ ਹੈ, ਉਸ ਦੇ ਵਿੱਚ ਕੀ ਕਿਹਾ ਗਿਆ ਕਿਸਾਨਾਂ ਦੇ ਵੱਲੋਂ ਕੇਂਦਰ ਨੂੰ, ਤੇ ਜਿਹੜਾ ਪਹਿਲਾ ਸਵਾਲ ਸੀਗਾ ਕਿ ਗਿਣਤੀ ਕਿਵੇਂ ਵਧੇਗੀ ਜਾਂ ਦਬਾਅ ਕਿਸ ਤਰ੍ਹਾਂ ਬਿਲਡ ਕੀਤਾ ਜਾਊਗਾ। ਦੇਖੋ ਜਿਹੜੀ ਗਿਣਤੀ ਬਣਾਉਣ ਦੀ ਗੱਲ ਹੈ, ਮੈਨੂੰ ਲੱਗਦਾ ਕਿ ਦਿਨ ਤੁਸੀਂ ਦਿੱਲੀ ਜਾ ਕੇ ਬੜਾ ਮਾਰ ਕੇ ਦੇਖੋ, ਤੁਹਾਨੂੰ ਆਪਣਾ ਪਤਾ ਲੱਗੇਗਾ ਕਿ ਕਿਸਾਨਾਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ। ਸੈਕੰਡ ਗੱਲ ਹੈ ਕਿ ਕਿਸਾਨ ਲਗਾਤਾਰ ਇਸ ਅੰਦੋਲਨ ਨੂੰ ਸਮਝ ਚੁੱਕੇ ਆ ਔਰ ਆਪਦੀਆਂ ਰੋਟੇਸ਼ਨ ਬਣਾ ਕੇ, ਆਪਦਾ ਚੱਕਰ ਬਣਾ ਕੇ ਕਿਸਾਨ ਉੱਥੇ ਮਤਲਬ ਲਗਾਤਾਰ ਜਾ ਰਹੇ ਨੇ, ਜਾਣਗੇ। ਗਿਣਤੀ ਵੀ ਵਧਾਉਣੀ ਕੋਈ ਬਹੁਤੀ ਸਮੱਸਿਆ ਨਹੀਂ ਹੋਣੀ। ਜਿਹੜੀ ਤੁਸੀਂ ਗੱਲ ਕੀਤੀ ਸੀ ਜਿਹਦੇ ਵਿੱਚ ਖਾਸ ਤੌਰ ਤੇ ਮਾਫ ਕਰਨਾ ਮੈਂ ਤੁਹਾਨੂੰ ਟੋਕ ਰਿਹਾ, ਜਿਹੜੀ ਜਵਾਨੀ ਸੀ ਪੰਜਾਬ ਦੀ, ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਸਵਾਲ ਨੇ ਕਿ ਬਹੁਤ ਸਾਰਿਆਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਸੰਯੁਕਤ ਮੋਰਚੇ ਦੇ ਵੱਲੋਂ। ਇੱਕ ਨੌਜਵਾਨ ਸਿੰਘੂ ਬਾਰਡਰ ਦੀ ਸਟੇਜ ਤੋਂ ਵੀ ਨਵਦੀਪ ਹਰਿਆਣੇ ਤੋਂ ਦਿਖਾਈ ਦਿੱਤਾ ਕਿ ਪੰਜਾਬ ਦੀ ਲੀਡਰਸ਼ਿਪ ਚੰਗਾ ਪ੍ਰੋਗਰਾਮ ਦੇਵੇ, ਨਹੀਂ ਤਾਂ ਅਸੀਂ ਹਰਿਆਣੇ ਵਾਲੇ ਪ੍ਰੋਗਰਾਮ ਦੇਵਾਂਗੇ। ਤਾਂ ਵੱਡੇ ਪ੍ਰੋਗਰਾਮ ਦੀ ਮੰਗ ਬਾਰ-ਬਾਰ ਉੱਠ ਰਹੀ ਹੈ, ਵੱਡਾ ਪ੍ਰੋਗਰਾਮ ਦਿੱਤਾ ਜਾਵੇ, ਚਾਹੇ ਸੰਸਦ ਮਾਰਚ ਦਾ ਪ੍ਰੋਗਰਾਮ ਰੱਦ ਵੀ ਕਰ ਦਿੱਤਾ ਗਿਆ। ਹੁਣ ਖਾਸ ਤੌਰ ਤੇ ਵੱਡੇ ਪ੍ਰੋਗਰਾਮ ਦੀ ਕੋਈ ਕਾਲ ਦਿੱਤੀ ਜਾ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ, ਜਾਂ ਫਿਰ ਅੰਦੋਲਨ ਨੂੰ ਲੰਬਾ ਕੀਤਾ ਜਾਏਗਾ ਜਥੇਬੰਦੀਆਂ ਵੱਲੋਂ? ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਇਹ ਮੈਂ ਕਲੀਅਰ ਕਰਾਂ ਕਿ ਸੰਸਦ ਮਾਰਚ ਨੂੰ ਰੱਦ ਨਹੀਂ ਕੀਤਾ ਗਿਆ, ਪੋਸਟਪੋਨ ਕੀਤਾ ਗਿਆ। ਉਹਨਾਂ ਕਾਰਨਾਂ ਕਰਕੇ ਕਿਉਂਕਿ ਸਰਕਾਰ ਕਰੋਨਾ ਨੂੰ ਬਹਾਨਾ ਬਣਾ ਕੇ ਅੰਦੋਲਨ ਨੂੰ ਬਖੇਰਨਾ ਚਾਹੁੰਦੀ ਸੀ, ਔਰ ਉਹ ਅਸੀਂ ਚਾਹੁੰਦੇ ਸੀ ਕਿ ਸਾਰੀ ਲੀਡਰਸ਼ਿਪ ਨੇ ਸੋਚ ਵਿਚਾਰ ਕਰਕੇ ਕਿ ਬਿਲਕੁਲ ਸਾਨੂੰ ਮਤਲਬ ਕੋਈ ਅਜਿਹਾ ਮੌਕਾ ਨਹੀਂ ਦੇਣਾ ਚਾਹੀਦਾ ਸਰਕਾਰ। ਹਾਲਾਂਕਿ ਮੇਰੇ ਭਾਵੇਂ ਆਪਦੇ ਨਿੱਜੀ ਵਿਚਾਰ ਹੋਣ ਕਿ ਬਈ ਸਾਨੂੰ ਸੰਸਦ ਜਾਣਾ ਚਾਹੀਦਾ ਹੈ, ਸਾਨੂੰ ਸ਼ਿਫਟਾਂ ਬਣਾ ਕੇ, ਸਾਨੂੰ ਗਰੁੱਪ ਬਣਾ ਕੇ ਜਾਣਾ ਚਾਹੀਦਾ, ਮੇਰੇ ਆਪਦੇ ਨਿੱਜੀ ਵਿਚਾਰ ਹੈ। ਲੇਕਿਨ ਸਮੁੱਚਾ ਸਾਰੀ ਜਿਹੜੀ ਓਵਰਆਲ ਸੰਗਠਨਾਂ ਦਾ ਵਿਚਾਰ ਹੈ, ਉਹ ਕਿਉਂਕਿ ਜਿਹੜੇ ਲੋਕ ਦਿੱਲੀ ਦੇ ਵੱਡੀ ਹਮਾਇਤ ਕਰ ਰਹੇ ਨੇ ਕਿਸਾਨ ਮੋਰਚੇ ਨੂੰ, ਉਹ ਵੀ ਕਿਤੇ ਨਾ ਕਿਤੇ ਉਸ ਵਕਤ ਇੱਕ ਸਹਿਮ ਦੇ ਵਿੱਚ ਸਨ। ਇਹੀ ਗੱਲਾਂ ਨੂੰ ਮੁੱਖ ਰੱਖ ਕੇ ਸਾਰੀਆਂ ਜਥੇਬੰਦੀਆਂ ਨੇ ਪ੍ਰੋਗਰਾਮ ਇਹ ਬਣਾਇਆ ਕਿ ਸਾਨੂੰ ਕੋਈ ਅਜਿਹੀ ਕਾਲ ਹੋਣਾ ਇਸ ਵੇਲੇ ਕੋਵਿਡ ਦਾ ਬਹਾਨਾ ਬਣਾ ਕੇ ਸਰਕਾਰ ਸਾਡੇ ਅੰਦੋਲਨ ਨੂੰ ਬਦਨਾਮ ਨਾ ਕਰ ਸਕੇ ਔਰ ਉਸ ਸਰਕਾਰ ਸਾਨੂੰ ਛੇੜਛਾੜ ਨਾ ਕਰ ਸਕੇ। ਉਹਦੇ ਕਰਕੇ ਹੀ ਉਹਨੂੰ ਮਤਲਬ ਅਸੀਂ ਪੋਸਟਪੋਨ ਕੀਤਾ ਸੀ। ਨਾਲ ਆ ਗਈ ਗੱਲ ਜਿਹੜੀ ਅਗਲੀ ਕਾਲ ਦੀ ਗੱਲ ਹੈ। ਦੇਖੋ ਮੈਨੂੰ ਲੱਗਦਾ ਪੰਜਾਬ ਤੇ ਹਰਿਆਣੇ 'ਚ ਕੋਈ ਦੋ ਨਹੀਂ ਹੈਗਾ। ਇਸ ਵੇਲੇ ਪੰਜਾਬ ਹਰਿਆਣੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਔਰ ਹਰਿਆਣਾ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ। ਹਰਿਆਣਾ ਪੰਜਾਬ ਨੂੰ ਵੱਡਾ ਭਾਈ ਮੰਨਦਾ ਔਰ ਪੰਜਾਬ ਹਰਿਆਣੇ ਨੂੰ ਛੋਟਾ ਭਾਈ ਮੰਨ ਕੇ ਚੱਲਿਆ ਹੋਇਆ। ਕੋਈ ਮਤਲਬ ਕਿਸੇ ਫਰਕ ਤਰ੍ਹਾਂ ਦਾ ਕੋਈ ਕਿਸੇ ਦੇ ਵਿੱਚ ਫਰਕ ਵਾਲੀ ਗੱਲ ਨਜ਼ਰ ਨਹੀਂ ਆ ਰਹੀ, ਇੱਕਜੁੱਟ ਹੋ ਕੇ ਚੱਲ ਰਿਹਾ। ਰਹੀ ਗੱਲ ਪ੍ਰੋਗਰਾਮ ਦੀ, ਦੇਖੋ ਅਸੀਂ ਉਹਨੂੰ ਪੋਸਟਪੋਨ ਕੀਤਾ, ਜਦੋਂ ਵੀ ਹਾਲਾਤ ਸਾਜ਼ਗਾਰ ਹੋਣਗੇ 100% ਪ੍ਰੋਗਰਾਮ ਅੱਗੇ ਮਤਲਬ ਦਿੱਤਾ ਜਾਣਾ ਹੈ। ਇਸ ਦਾ ਮਤਲਬ ਸੰਸਦ ਮਾਰਚ ਹੋਏਗਾ, ਸੰਸਦ ਮਾਰਚ ਵੀ ਹੋ ਸਕਦਾ ਹੈ ਨਾ। ਅਗਰ ਸੰਸਦ ਮਾਰਚ ਦੀ ਹਮ ਹਾਲਾਤ ਸਾਜ਼ਗਾਰ ਨਹੀਂ ਬਣਦੇ, ਕੋਈ ਹੋਰ ਦੇਣ ਦੀ ਲੋੜ ਪਈ, ਉਹ ਵੀ ਦਿੱਤਾ ਜਾ ਸਕਦਾ ਹੈ। ਲੇਕਿਨ ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਵੀ ਤਾਂ ਇੰਨੇ ਚਿਰ ਬੈਠੇ ਹਾਂ। ਮਾਨਸਿਕਤਾ ਸਾਡੀ ਵੀ ਹੈ ਨਾ ਵੀ ਮੋਰਚਾ ਜਿੱਤਿਆ ਜਾਏ, ਲੇਕਿਨ ਅਗਲੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਬੀਜੇਪੀ ਦਾ ਗ੍ਰਾਫ ਡਾਊਨ ਜਾ ਰਿਹਾ ਹੈ, ਕਿਸਾਨੀ ਅੰਦੋਲਨ ਦਾ ਗ੍ਰਾਫ ਅਪ ਉੱਠ ਰਿਹਾ ਹੈ। ਜਦੋਂ ਉਹਨਾਂ ਦਾ ਗ੍ਰਾਫ ਡਾਊਨ ਜਾ ਰਿਹਾ ਹੈ, ਉਹਨਾਂ ਨੂੰ ਕੋਈ ਮੌਕਾ ਐਸਾ ਨਾ ਦੇਈਏ ਕਿ ਜਿਹਦੇ ਨਾਲ ਉਹਨਾਂ ਦਾ ਗ੍ਰਾਫ ਇੱਕਦਮ ਜੰਪ ਕਰਕੇ ਉੱਪਰ ਉੱਠੇ ਔਰ ਸਾਡਾ ਡਿੱਗੇ। ਬਸ ਇਸ ਗੱਲ ਦੇ ਉੱਤੇ ਸਾਨੂੰ ਸਾਰਿਆਂ ਨੂੰ ਧਿਆਨ ਦੇ ਕੇ ਚੱਲਣ ਦੀ ਲੋੜ ਹੈ। ਔਰ ਬੀਜੇਪੀ ਦਾ ਚਿੱਠੀ ਬਾਰੇ ਵੀ ਜ਼ਿਕਰ ਕਰੋ। ਜਿਹੜੀ ਚਿੱਠੀ ਹੈ, ਚਿੱਠੀ ਦੇ ਵਿੱਚ ਤਾਂ ਯਾਰ ਇਹ ਚਿੱਠੀ ਬੜੀ ਸਾਫ਼ ਜੀ ਹੈ, ਉਹ ਤਾਂ ਬੜਾ ਕਲੀਅਰ ਹੈ ਲਿਖਿਆ ਹੈ ਕਿ ਤਿੰਨੇ ਕਾਨੂੰਨ ਸਰਕਾਰ ਰੱਦ ਕਰੇ। 26 ਮਈ ਦਾ ਸਾਡਾ ਦਿਨ ਤੁਹਾਨੂੰ ਦਿੰਦੇ ਅਸੀਂ, ਅਗਰ ਤੁਸੀਂ 26 ਮਈ ਤੱਕ ਸਾਨੂੰ ਨਹੀਂ ਕੋਈ ਗੱਲ ਦਾ ਜਵਾਬ ਦਿੰਦੇ, ਕੋਈ ਗੱਲ ਸਾਡੀ ਨਹੀਂ ਸੁਣਾਈ ਕਰਦੇ, ਤਾਂ ਇਸ ਤੋਂ ਅੱਗੇ ਅਸੀਂ ਕੋਈ ਸਖਤ ਸਟੈਂਡ ਲਵਾਂਗੇ। ਇਸ ਵਿੱਚ ਚਿੱਠੀ ਹੈ, ਦਬਕਾ ਮਾਰਿਆ ਵਾ ਸਰਕਾਰ ਨੂੰ ਕਿ ਅਸੀਂ ਸਖਤ ਸਟੈਂਡ ਲਵਾਂਗੇ, ਹੋਰ ਐਕਸ਼ਨ ਕਰਾਂਗੇ। ਦੂਸਰੀ ਗੱਲ ਅਸੀਂ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਤੁਹਾਡੇ ਕੋਵਿਡ ਦੇ ਉੱਤੇ ਪ੍ਰਬੰਧ ਕੀ ਸੀ,
ਔਰ ਸਰਕਾਰ ਕੋਵਿਡ ਦਾ ਬਹਾਨਾ ਬਣਾ ਕੇ ਸਾਨੂੰ ਬਦਨਾਮ ਕਰਕੇ ਸਾਡਾ ਅੰਦੋਲਨ ਨਾ ਬਦਨਾਮ ਕਰ ਸਕੇ। ਇਸ ਕਰਕੇ ਅਸੀਂ ਇਹ ਗੱਲ ਰੱਖੀ ਗਈ ਹੈ ਸਾਡੇ ਵੱਲੋਂ ਕਿ ਅਸੀਂ ਤੁਹਾਨੂੰ ਕਹਿੰਦੇ ਆ ਕਿ ਜੇ ਤੁਸੀਂ ਕੋਵਿਡ ਤੋਂ ਡਰਦੇ ਆ, ਸਰਕਾਰ ਕੋਵਿਡ ਤੋਂ ਡਰਦੀ ਹੈ, ਭਾਵੇਂ ਅਸੀਂ ਮੰਨਦੇ ਆ ਕਿ ਕੋਵਿਡ ਇੱਕ ਡਰਾਮਾ ਹੈ, ਪਰ ਚਲੋ ਮੰਨ ਲਿਆ ਅਸੀਂ ਸਰਕਾਰ ਦੇ ਮਗਰ ਲੱਗੇ, ਇੰਟੈਲੈਕਚੁਅਲ ਲੋਕਾਂ ਦੇ ਮਗਰ ਲੱਗ ਰਹੇ ਨੇ, ਅਸੀਂ ਹਾਂ ਭਰ ਦਿੰਦੇ ਇੱਕ ਵਾਰੀ, ਤਾਂ ਫਿਰ ਸਰਕਾਰ ਸਾਡੇ ਨਾਲ ਗੱਲਬਾਤ ਕਰੇ, ਗੱਲਬਾਤ ਕਰਕੇ ਸਾਡੇ ਕਾਨੂੰਨ ਰੱਦ ਕਰੇ, ਅਸੀਂ ਵਾਪਸ ਘਰ ਹੁੰਦੇ ਜੀ, ਅਸੀਂ ਤੇ ਬੈਠਣ ਦਾ ਸਾਨੂੰ ਕੋਈ ਚਾਹ ਥੋੜੀ ਹੈ। ਉਹ ਚਿੱਠੀ ਦਾ ਸਿਰਫ ਇੰਨਾ ਹੀ ਮਕਸਦ ਹੈ, ਇਸ ਤੋਂ ਵੱਧ ਕੋਈ ਮਕਸਦ ਨਹੀਂ, ਤਾਂ ਕਿ ਜੇ ਅੱਜ ਮਤਲਬ ਸਾਡੀ ਜਿਹੜੀ ਚਿੱਠੀ ਹੈ ਉਹ ਚਿੱਠੀ ਇੱਕ ਤਰ੍ਹਾਂ ਦਾ ਸਰਕਾਰ ਵਾਸਤੇ ਵੀ ਗਲੇ ਦੀ ਹੱਡੀ ਬਣ ਗਈ ਹੈ ਕਿ ਅੱਜ ਅੰਦੋਲਨ ਦੇ ਉੱਤੇ ਅਗਰ ਫੋਰਸਫੁਲੀ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਤਾਂ ਚਿੱਠੀ ਇੱਕ ਮੂਹਰੇ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਵੀ ਕਹਿ ਰਹੇ ਸੀ ਕਿ ਇੱਕ ਫੋਨ ਕਾਲ ਹੈ ਜਿਹੜੀ, ਮੈਂ ਉਹਦੇ ਤੋਂ ਦੂਰ ਹਾਂ, ਤੇ ਹੁਣ ਕਿਸਾਨਾਂ ਨੇ ਸਿੱਧੀ ਇੱਕ ਆਫੀਸ਼ੀਅਲ ਚਿੱਠੀ, ਹਾਂ ਕਿਸਾਨਾਂ ਨੇ ਇੱਕ ਚਿੱਠੀ ਲਿਖਤੀ, ਹੁਣ ਫੋਨ ਕਾਲ ਵਾਲੀ ਗੱਲ ਤਾਂ ਮੁੱਕ ਗਈ ਨਾ, ਹੁਣ ਸਰਕਾਰ ਸਾਨੂੰ ਉੱਤੇ ਵੀ ਸੱਦਾ, ਹੁਣ ਉਹਨਾਂ ਦਾ ਜਿਹੜਾ ਐਗਰੀਕਲਚਰ ਮਿਨਿਸਟਰ ਹੈ ਉਹ ਅੱਜ ਫੇਰ ਆਪਦੀ ਉਸੇ ਗੱਲ ਤੇ ਖੜਾ ਹੈ। ਕਿਸਾਨ ਕਹਿੰਦੇ ਨੇ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹੈ, ਉਹ ਆਪਦੀ ਉਸੇ ਗੱਲ ਤੇ ਖੜਾ ਹੈ ਕਿ ਸਾਡੇ ਨਾਲ ਜੇ ਗੱਲ ਕਰਨੀ ਹੈ ਤਾਂ ਕਾਨੂੰਨ ਰੱਦ ਕਰਨ ਦੀ ਗੱਲ ਛੱਡ ਕੇ ਆਓ। ਇਹਦਾ ਮਤਲਬ ਜਿੱਦ ਕੌਣ ਕਰ ਰਿਹਾ, ਅੱਜ ਲੋਕਾਂ ਦੇ ਸਾਹਮਣੇ ਆ ਗਈ ਨਾ ਗੱਲ, ਜਿਹੜਾ ਅੱਜ ਤੱਕ ਬਦਨਾਮ ਕਰਦੇ ਰਹੇ ਕਿ ਕਿਸਾਨ ਲੀਡਰ ਜਿੱਦ ਕਰਦੇ ਆ, ਕਿਸਾਨ ਜਿੱਦ ਕਰਦੇ ਆ, ਕਿਸਾਨ ਤਾਂ ਗੱਲਬਾਤ ਲਈ ਤਿਆਰ ਬੈਠੇ ਆ, ਅਸੀਂ ਤਾਂ ਪਹਿਲਾਂ ਵੀ ਤਿਆਰ ਸੀ, ਲੇਕਿਨ ਅੱਜ ਕਲੀਅਰ ਹੋ ਗਿਆ ਕਿ ਉਹ ਕਹਿੰਦੇ ਨੇ ਵੀ ਕਾਨੂੰਨ ਰੱਦ ਨਹੀਂ ਕਰਨੇ, ਇਹ ਵੀ ਛੱਡ ਕੇ ਸਾਡੇ ਨਾਲ ਗੱਲਬਾਤ ਕਰੋ। ਇਹਦਾ ਮਤਲਬ ਹੈ ਸਾਨੂੰ ਇਹ ਸੁਨੇਹਾ ਦੇ ਰਹੀ ਹੈ ਸਰਕਾਰ ਕਿ ਤੁਹਾਡੀ ਮੌਤ ਜ਼ਰੂਰੀ ਹੈ, ਲਾਜ਼ਮੀ ਹੈ, ਕਰਾਂਗੇ, ਮੌਤ ਕਿਵੇਂ ਦੀ ਲੈਣੀ ਹੈ ਉਹ ਮੰਨ ਕੇ ਆਓ, ਉਹ ਨਹੀਂ ਮੰਨਿਆ ਜਾ ਸਕਦਾ, ਚਾਹੇ ਕਿ ਸਾਨੂੰ ਉੱਥੇ ਗੋਲੀਆਂ ਨਾਲ ਸਰਕਾਰ ਮਾਰੇ। ਇਹਦਾ ਮਤਲਬ ਇੱਥੇ ਗੱਲ ਖਤਮ ਹੋ ਜਾਂਦੀ ਹੈ ਕਿ ਕਿਸਾਨ ਰੱਦ ਕਰਾਉਣ ਦੀ ਮੰਗ ਲੈ ਕੇ ਬੈਠਕ ਦੇ ਵਿੱਚ ਬੈਠਣਗੇ, ਕਿਸੇ ਨੈਗੋਸ਼ੀਏਸ਼ਨ ਤੇ ਨਹੀਂ ਜਾਣਗੇ, ਨਾ ਕਿ ਕਿਸੇ ਜਿਹੜੀ ਸੋਧ ਤੇ ਜਾਣਗੇ, ਨਾ ਕਿਸੇ ਹੋਰ ਸਮਝੌਤੇ ਤੇ ਜਾਣਗੇ, ਜਾਂ ਫਿਰ ਇਹ ਵੀ ਹੋ ਸਕਦਾ ਡੱਲੇਵਾਲ ਸਾਹਿਬ ਇਸ ਤਰ੍ਹਾਂ ਦਾ ਕੋਈ ਰਸਤਾ ਨਿਕਲ ਸਕਦਾ ਕਿ ਇੱਕ ਕਾਨੂੰਨ ਵਾਪਸ ਹੋ ਜੇ, ਦੋ ਕਾਨੂੰਨ ਸੋਧਾਂ ਹੋ ਜਾਣ, ਇਸ ਤਰ੍ਹਾਂ ਦਾ ਕੋਈ ਅਲਟਰਨੇਟਿਵ ਹੋ ਸਕਦਾ ਹੈ ਆਉਣ ਵਾਲੇ ਭਵਿੱਖ ਦੇ ਵਿੱਚ। ਦੇਖੋ ਮੈਂ ਬੇਨਤੀ ਕਰਾਂ, ਜਿਹੜੇ ਕਾਨੂੰਨ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਲੈ ਕੇ ਆਏ, ਜੋ ਕੁਝ ਉਹਨਾਂ ਨੇ ਵੀ ਸ਼ੜਯੰਤਰ ਰਚਿਆ, ਉਹਨਾਂ ਦਾ ਅਸਲ ਹੱਲ ਕਾਨੂੰਨ ਰੱਦ ਕਰਨਾ ਹੀ ਹੈ। ਉਹ ਸੋਧਾ ਸਾਧਾ ਨਾਲ ਮਤਲਬ ਸੈੱਟ, ਉਹ ਜਿਹੜਾ ਕਾਨੂੰਨ ਦਾ ਇੱਕ ਇੱਕ ਸ਼ਬਦ ਹੈ ਜਿਹੜਾ ਉਹ ਹੀ ਖਤਰਨਾਕ ਹੈ, ਉਹ ਹੀ ਗੁੰਝਲਦਾਰ ਹੈ, ਕਾਨੂੰਨ ਮਤਲਬ ਗੁੰਝਲਦਾਰ ਸ਼ਬਦ ਦੀ ਗੱਲ ਕਰਦੇ। ਇੱਕ ਥਾਂ ਤੇ ਇਹਨਾਂ ਨੇ ਲਿਖਤਾ ਵੀ ਕਿਸਾਨ ਦੀ ਜ਼ਮੀਨ ਨਾ ਠੇਕੇ ਤੇ ਲੈ ਸਕਦਾ ਕੋਈ, ਨਾ ਗਹਿਣੇ ਲੈ ਸਕਦਾ ਕੋਈ, ਨਾ ਬੈ ਲੈ ਸਕਦਾ ਕੋਈ। ਹੁਣ ਅੱਗੇ ਜਾ ਕੇ ਇੱਕ ਸ਼ਬਦ ਲਿਖਦੇ ਆ ਕਿ ਜੇ ਕਿਸਾਨ ਸਹਿਮਤ ਹੈ ਤਾਂ ਫਿਰ ਕੁਛ ਮਰਜ਼ੀ ਹੋ ਸਕਦਾ। ਹੁਣ ਕਿਸਾਨ ਦੀ ਸਹਿਮਤੀ ਹੈ ਜਿਹੜੀ, ਇਹ ਗੱਲ ਆਮ ਬੰਦੇ ਨੂੰ ਵੇਖਣ ਨੂੰ ਇਹ ਲੱਗਦੀ ਹੈ ਵੀ ਠੀਕ ਹੈ, ਜੇ ਕਿਸਾਨ ਸਹਿਮਤ ਹੋਊ ਤਾਂ ਹੀ ਹੈ ਨਾ। ਹੁਣ ਉਹਨੂੰ ਸਹਿਮਤ ਕਿਵੇਂ ਕਰਨਾ ਹੈ, ਉਹ ਜਿਹੜਾ ਮਗਰਲੇ ਜਿਹੜੇ ਕਾਨੂੰਨ ਦੀ ਜਿਹੜੀ ਪ੍ਰਕਿਰਿਆ ਜਿਹੜੀ ਮਗਰਲੀ ਆਉਣੀ ਹੈ, ਉਹ ਕਿਸਾਨ ਦਾ ਲੱਕ ਤੋੜੇਗੀ ਔਰ ਕਿਸਾਨ ਨੂੰ ਆਰਥਿਕ ਤੌਰ ਤੇ ਇੰਨਾ ਕਮਜ਼ੋਰ ਕਰ ਦੂਗੀ ਕਿ ਕਿਸਾਨ ਨੂੰ ਜ਼ਮੀਨ ਵੇਚਣ ਲਈ ਸਹਿਮਤ ਹੋਣਾ ਪਵੇਗਾ। ਇਸ ਲਈ ਇੱਕੋ ਇੱਕ ਜਿਹੜਾ ਰਸਤਾ ਜਿਹੜਾ ਬਚਿਆ ਜਥੇਬੰਦੀਆਂ ਕੋਲ ਜਾਂ ਕਿਸਾਨਾਂ ਸਮੂਹ ਕਿਸਾਨਾਂ ਕੋਲ, ਉਹ ਰੱਦ। ਹਾਂ, ਸਾਡੇ ਕੋਲ ਬਸ ਇੱਕੋ ਹੀ ਮੰਗ ਹੈ ਸਾਡੀ ਸਰਕਾਰ ਕੋਲ ਕਿ ਅਸੀਂ ਨਵਾਂ ਕੁਛ ਨਹੀਂ ਮੰਗਦੇ। ਅਸੀਂ ਕਹਿੰਦੇ ਹਾਂ ਕਿ ਸਾਡੀ ਜ਼ਮੀਨ ਸਾਡੀ ਸੀ, ਸਾਡੇ ਦਾਦੇ ਪੜਦਾਦੇ ਤੋਂ ਅਸੀਂ ਵਾਹੁੰਦੇ ਆ ਰਹੇ ਹਾਂ, ਸਾਨੂੰ ਸਾਡੇ ਬਹਾਦਰਾਂ ਨੇ, ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਇਹ ਜ਼ਮੀਨ ਦੇ ਮਾਲਕ ਬਣਾਇਆ, ਤੁਸੀਂ ਨਹੀਂ ਬਣਾਇਆ ਕਿਸੇ ਨੇ, ਉਹ ਵੀ ਇੱਕ ਸਰਕਾਰ ਸੀ, ਉਹਨੇ ਸਾਨੂੰ ਜ਼ਮੀਨ ਦੇ ਮਾਲਕ ਬਣਾਇਆ। ਤਾਂ ਇਹ ਰਾਈਟ ਹੈ ਸਾਡਾ, ਸਾਨੂੰ ਸਾਡੇ ਕੋਲ ਰਹਿਣ ਦਿੱਤਾ ਜਾਏ, ਇਹ ਨਾ ਖੋਇਆ ਜਾਵੇ ਸਾਥੋਂ। ਇਹ ਜ਼ਮੀਨ ਦੇ ਮਾਲਕ ਅਸੀਂ ਜ਼ਮੀਨ ਦੇ ਮਾਲਕ ਨਹੀਂ ਹੈ, ਇਹ ਕਿਉਂ ਖੋਈ ਜਾਂਦੀ ਸਾਥੋਂ? ਔਰ ਆਮ ਲੋਕਾਂ ਦਾ ਰੋਟੀ ਖਾਣ ਦਾ ਜਿਹੜਾ ਅਧਿਕਾਰ ਹੈ, ਬੱਚੇ ਪਾਲਣ ਦਾ ਜਿਹੜਾ ਅਧਿਕਾਰ ਹੈ, ਉਹ ਲੋਕਾਂ ਤੋਂ ਰੋਟੀ ਨਾ ਖੋਈ ਜਾਵੇ। ਕਿਉਂਕਿ ਸਾਨੂੰ ਪਤਾ ਹੈ ਇਸ ਗੱਲ ਦਾ ਕਿ ਤੁਸੀਂ ਪਿੱਛੇ ਦੇਖਿਆ ਹੈ ਕਿ ਕਿਸਾਨ ਦੀ ਮੱਕੀ ਉਹ 6 ਰੁਪਏ ਕਿਲੋ ਵਿਕੀ ਹੈ, ਔਰ ਅਡਾਨੀਆਂ ਤੇ ਅਬਾਨੀਆਂ ਵਰਗੀਆਂ ਏਜੰਸੀਆਂ ਦੀ ਛੱਲੀ ਉਹ 60 ਰੁਪਏ ਹੈ। ਬਸ ਇਹਨਾਂ ਗੱਲਾਂ ਤੋਂ ਸਾਨੂੰ ਸਪਸ਼ਟ ਹੋ ਰਿਹਾ, ਸਾਹਮਣੇ ਨਜ਼ਰ ਸ਼ੀਸ਼ਾ ਨਜ਼ਰ ਆ ਰਿਹਾ ਕਿ ਕਿਸਾਨ ਜ਼ਰੂਰ ਜੀ। ਤਾਂ ਇਸ ਸਿਲਸਿਲੇ ਦੇ ਵਿੱਚ ਇੱਕ ਵਾਰ ਤੁਹਾਡੇ ਤੋਂ ਬ੍ਰੇਕ ਜ਼ਰੂਰ ਲਵਾਂਗੇ, ਪਰ ਜਿਹੜੀ ਗੱਲਬਾਤ ਹੁਣ ਤੱਕ ਹੋਈ ਹੈ ਡੱਲੇਵਾਲ ਸਾਹਿਬ ਨਾਲ, ਇੱਕੋ ਹੀ ਜਿਹੜਾ ਸਿੱਟਾ ਨਿਕਲ ਕੇ ਆਉਂਦਾ ਕਿ ਕਿਸੇ ਵੀ ਪੱਧਰ ਤੇ ਸਮਝੌਤਾ ਨਹੀਂ ਹੋਏਗਾ, ਕਿਸੇ ਵੀ ਪੱਧਰ ਤੇ ਜਿਹੜੀ ਇਹ ਗੱਲਬਾਤ ਨਹੀਂ ਹੋਏਗੀ ਕਿ ਸੋਧਾਂ ਤੇ ਜਿਹੜੀਆਂ ਜਥੇਬੰਦੀਆਂ ਮੰਨ ਜਾਣ। ਤਾਂ ਜਥੇਬੰਦੀਆਂ ਅਜੇ ਵੀ ਉਸੇ ਤਰ੍ਹਾਂ ਇੱਕੋ ਗੱਲ ਤੇ ਕਾਇਮ ਨੇ, ਉਹ ਇਹ ਹੈ ਕਿ ਜਿਹੜੇ ਸਾਰੇ ਕਾਨੂੰਨ ਨੇ, ਤਿੰਨੇ ਕਾਨੂੰਨ ਖੇਤੀਬਾੜੀ ਦੇ ਜਿਹੜੇ 2020 ਨੇ, ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਜਿਹੜਾ MSP ਦਾ ਕਾਨੂੰਨ ਆ ਉਹ ਲਾਗੂ ਕੀਤਾ ਜਾਵੇ। ਤਾਂ ਅਗਲੀ ਇੰਟਰਵਿਊ ਦੇ ਵਿੱਚ ਅਸੀਂ ਲੈ ਕੇ ਆ ਰਹੇ ਹਾਂ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ। ਤੁਸੀਂ ਬਣੇ ਰਹੋ R19 ਦੇ ਨਾਲ। ਬਹੁਤ ਧੰਨਵਾਦ ਜੀ।